ਤਾਂ ਅੱਜ ਦੇ ਇਸ ਲੈਕਚਰ ਵਿੱਚ ਬੱਚਿਓ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ 9ਵੀਂ ਕਲਾਸ ਦੇ ਵਿਦਿਆਰਥੀਆਂ ਲਈ ਇੱਕ ਵਰਕਸ਼ੀਟ ਹੱਲ ਕਰਾਂਗੇ ਸੰਖਿਆ ਪ੍ਰਣਾਲੀ ਚੈਪਟਰ ਯਾਨੀ ਕਿ ਨੰਬਰ ਸਿਸਟਮ ਚੈਪਟਰ ਪਹਿਲੇ ਚੈਪਟਰ ਨਾਲ ਸੰਬੰਧਿਤ। ਤਾਂ ਇਹ ਵਰਕਸ਼ੀਟ ਕਰਕੇ ਬੱਚਿਓ ਅਸੀਂ ਸਾਰੇ ਚੈਪਟਰ ਦੀ ਦੁਹਰਾਈ ਕਰ ਸਕਦੇ ਹਾਂ। ਜਿਸ ਨੂੰ ਸਵਾਲ ਕੋਈ ਘੱਟ ਆਉਂਦੇ ਆ ਤਾਂ ਉਹਨਾਂ ਨੂੰ ਦੁਬਾਰਾ ਸਿੱਖ ਸਕਦੇ ਹਾਂ। ਤਾਂ ਇਹ ਸਾਰੇ ਸਵਾਲ ਅਸੀਂ ਸਾਰੇ ਚੈਪਟਰ ਦੇ ਵਿੱਚੋਂ ਲਏ ਹਨ ਤਾਂ ਕਿ ਤੁਹਾਡੇ ਜਿਹੜੇ ਇਸ ਚੈਪਟਰ ਦੀ ਪਾਠ ਦੀ ਦੁਹਰਾਈ ਚੰਗੀ ਤਰ੍ਹਾਂ ਹੋ ਸਕੇ। ਤਾਂ ਜੋ ਤੁਹਾਡੇ ਡਾਊਟ ਹਨ ਜਾਂ ਜੋ ਸਵਾਲ ਸਾਨੂੰ ਘੱਟ ਆਉਂਦੇ ਹਨ ਜਾਂ ਕੋਈ ਸਮਝ ਨਹੀਂ ਆਇਆ ਤਾਂ ਇਹਨਾਂ ਸਵਾਲਾਂ ਨੂੰ ਕਰਕੇ ਉਹ ਸਾਰੀਆਂ ਸਾਡੀਆਂ ਕਮੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ। ਵਿਦਿਆਰਥੀਓ ਆਪਾਂ ਹੁਣ ਵਰਕਸ਼ੀਟ ਦੇ ਸਵਾਲ ਹੱਲ ਕਰਦੇ ਹਾਂ। ਪਹਿਲਾ ਸਵਾਲ ਸਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਹੈ ਸੰਪੂਰਨ ਸੰਖਿਆਵਾਂ। ਪਹਿਲਾ ਸਰਕਲ ਹੈ ਸਾਡੇ ਕੋਲੇ, ਇੱਕ ਸਾਡੇ ਕੋਲੇ ਖੱਬੇ ਹੱਥ ਸਰਕਲ ਹੈ, ਇੱਕ ਸੱਜੇ ਹੱਥ ਸਰਕਲ ਹੈ। ਤਾਂ ਪ੍ਰਸ਼ਨ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ ਵੀ ਇਹ ਕੀ ਹੈ, 0 ਹੈ, 0 ਹੈ। ਤਾਂ ਅਸੀਂ ਇਸ ਨੂੰ ਸੰਖਿਆ ਰੇਖਾ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡੇ ਕੋਲ ਬੱਚਿਓ ਇੱਕ ਸੰਖਿਆ ਰੇਖਾ ਹੈ, ਨੰਬਰ ਲਾਈਨ ਆਪਾਂ ਇਸ ਨੂੰ ਬੋਲਦੇ ਹਾਂ। ਤਾਂ ਸਾਨੂੰ ਪਤਾ ਹੈ ਵੀ ਸੰਖਿਆ ਰੇਖਾ ਦੇ ਸੱਜੇ ਹੱਥ ਸਾਡੇ ਕੋਲ ਜੋ ਸੰਖਿਆਵਾਂ ਹੁੰਦੀਆਂ ਹਨ ਉਹ ਧਨਾਤਮਕ ਹੁੰਦੀਆਂ ਹਨ ਅਤੇ ਖੱਬੇ ਵਾਲੇ ਪਾਸੇ ਸੰਖਿਆਵਾਂ ਹੁੰਦੀਆਂ ਹਨ ਰਿਣਾਤਮਕ ਹੁੰਦੀਆਂ ਹਨ। ਤਾਂ ਇਹਨਾਂ ਸੰਖਿਆਵਾਂ ਦੇ ਆਧਾਰ ਤੇ ਅਸੀਂ ਇਹ ਜਿਹੜੇ ਸਾਡੇ ਕੋਲ ਸਰਕਲ ਹੈ, ਚੱਕਰ ਬਣਿਆ ਹੈ, ਇਹ ਲਿਖ ਸਕਦੇ ਹਨ। ਤਾਂ ਇਹ ਜਿਹੜਾ ਸਰਕਲ ਹੈ 0 ਦੇ ਖੱਬੇ ਪਾਸੇ ਹੈ ਤਾਂ ਫਿਰ ਕਿਹੜੀਆਂ ਸੰਖਿਆਵਾਂ ਹੋਣਗੀਆਂ, ਘਟਾਓ ਵਾਲੀਆਂ ਯਾਨੀ ਕਿ ਰਿਣਾਤਮਕ ਸੰਖਿਆਵਾਂ। ਰਿਣਾਤਮਕ ਸੰਖਿਆਵਾਂ, ਰਿਣਾਤਮਕ ਸੰਪੂਰਨ ਸੰਖਿਆਵਾਂ। ਤਾਂ ਬੱਚਿਓ ਫਿਰ ਸੱਜੇ ਪਾਸੇ ਕਿਹੜੀਆਂ ਹੋਣਗੀਆਂ, ਧਨਾਤਮਕ संपूर्ण संख्यावां यानी कि पॉजिटिव इंटीजर, नेगेटिव इंटीजर। तो इस तरह ਅਸੀਂ ਜਿਹੜਾ ਪਹਿਲੇ ਸਵਾਲ ਨੂੰ ਅਸੀਂ ਹੱਲ ਕਰ ਸਕਦੇ ਹਾਂ। ਤਾਂ ਬੱਚਿਓ ਸਾਨੂੰ ਦੂਜਾ ਪ੍ਰਸ਼ਨ ਸਾਡੇ ਕੋਲ ਹੈ, ਸਭ ਤੋਂ ਛੋਟੀ ਪੂਰਨ ਸੰਖਿਆ ਖਾਲੀ ਥਾਂ ਕਿਹੜੀ ਹੁੰਦੀ ਹੈ। ਤਾਂ ਬੱਚਿਓ ਅਸੀਂ ਦੱਸਣਾ ਵੀ ਸਭ ਤੋਂ ਛੋਟੀ ਪੂਰਨ ਸੰਖਿਆ। ਤਾਂ ਆਓ ਆਪਾਂ ਦੇਖੋ ਇਸ ਸਵਾਲ ਨੂੰ ਵੀ ਸੰਖਿਆ ਰੇਖਾ ਉੱਤੇ ਦੇਖਦੇ ਹਾਂ। ਤਾਂ ਸਾਨੂੰ ਬੱਚਿਓ ਪਤਾ ਹੈ ਵੀ ਜੋ ਪੂਰਨ ਸੰਖਿਆਵਾਂ ਹਨ ਉਹ ਸਾਡੇ ਕੋਲੇ 0 ਤੋਂ ਸ਼ੁਰੂ ਹੁੰਦੀਆਂ ਹਨ। ਇਸ ਤਰ੍ਹਾਂ 0 1 2 3 4। ਤਾਂ ਇਹ ਸਾਡੇ ਕੋਲ ਜਿਹੜੀਆਂ ਸਾਰੀਆਂ ਸੰਖਿਆਵਾਂ ਕਿਹੜੀਆਂ ਹਨ, ਇਹ ਪੂਰਨ ਸੰਖਿਆਵਾਂ ਹਨ। ਜਿਵੇਂ ਜਿਵੇਂ ਅਸੀਂ ਇਸ ਵਾਰ ਇਧਰ ਵੱਲ ਸੱਜੇ ਹੱਥ ਵੱਲ ਜਾਣ ਕੇ ਸੱਜੇ ਪਾਸੇ ਵੱਲ ਵੱਧਦੇ ਜਾਵਾਂਗੇ ਤਾਂ ਸਾਡੇ ਕੋਲੇ ਪੂਰਨ ਸੰਖਿਆਵਾਂ ਕੀ ਆ, ਵੱਧ ਜਾਣਗੀਆਂ ਨੇ। ਤਾਂ ਫਿਰ ਇਹਦਾ ਮਤਲਬ ਸਭ ਤੋਂ ਛੋਟੀ ਸੰਖਿਆ ਕਿਹੜੀ ਹੋਈ, 0। ਤਾਂ ਖਾਲੀ ਥਾਂ ਵਿੱਚ ਆਂਸਰ ਕੀ ਆ ਗਿਆ, ਫਿਰ 0। ਬੱਚੋ ਸਾਡੇ ਕੋਲ ਤੀਜਾ ਪ੍ਰਸ਼ਨ ਹੈ, ਸੰਖਿਆ 3 ਦਾ ਜੁੜਾਤਮਕ ਉਲਟ ਅਤੇ ਸੰਖਿਆ 3 ਦਾ ਗਣਾਤਮਕ ਉਲਟ। ਯਾਨੀ ਕਿ ਅਸੀਂ ਖਾਲੀ ਥਾਂ ਦੱਸਣਾ ਵੀ 3 ਦਾ ਜੁੜਾਤਮਕ ਉਲਟ ਕੀ ਹੈ ਅਤੇ 3 ਦਾ ਗਣਾਤਮਕ ਉਲਟ ਕੀ ਹੈ। ਤਾਂ ਬੱਚੋ ਸਾਨੂੰ ਪਤਾ ਹੈ ਵੀ ਕਿਸੇ ਸੰਖਿਆ ਦਾ ਜੁੜਾਤਮਕ ਉਲਟ ਕੀ ਹੁੰਦਾ ਹੈ, ਉਹਦੇ ਵਿੱਚ ਅਸੀਂ ਜਿਹੜਾ ਸਾਈਨ ਆ ਪਲੱਸ ਜਾਂ ਮਾਈਨਸ ਘਟਾਓ ਦਾ ਸੀ ਉਸ ਨੂੰ ਅਸੀਂ ਚੇਂਜ ਕਰਦੇ ਹਾਂ। ਯਾਨੀ ਕਿ 3 ਦਾ ਜੁੜਾਤਮਕ ਉਲਟ ਕੀ ਹੋਇਆ ਬੱਚਿਓ, ਫਿਰ ਘਟਾਓ 3। 3 ਦਾ ਗੁਣਾਤਮਕ ਉਲਟ ਬੱਚਿਓ ਕਿੰਨਾ ਹੁੰਦਾ ਹੈ, ਯਾਨੀ ਕਿ ਉਹਦੇ ਵਿੱਚ ਗੁਣਾ ਦੇ ਵਿੱਚ ਉਲਟ ਯਾਨੀ ਕਿ 1/3। ਤਾਂ ਬੱਚਿਓ ਚੌਥਾ ਪ੍ਰਸ਼ਨ ਸਾਨੂੰ ਅਸੀਂ ਦੇਖ ਰਹੇ ਹਾਂ ਕੀ ਹੈਗਾ, a ਜਮਾ b, a ਘਟਾਓ b। ਤਾਂ ਬੱਚਿਓ ਅਸੀਂ 8ਵੀਂ ਕਲਾਸ ਦੇ ਸੂਤਰ ਸਿੱਖਿਆ ਹੈ, ਅਸੀਂ ਇਹ ਸੂਤਰ ਲਿਖਣਾ ਹੈ। ਤਾਂ ਸਾਨੂੰ ਪਤਾ ਹੈ ਵੀ ਇਹ ਸੂਤਰ ਕੀ ਹੁੰਦਾ ਹੈ, a ਦੀ ਘਾਤ 2 ਘਟਾਓ b ਦੀ ਘਾਤ 2 ਯਾਨੀ ਕਿ a ਸਕੁਆਇਰ ਮਾਈਨਸ b ਸਕੁਆਇਰ। ਆਓ ਬੱਚੇ ਹੁਣ ਆਪਾਂ ਪੰਜਵਾਂ ਪ੍ਰਸ਼ਨ ਹੱਲ ਕਰਦੇ ਹਾਂ। ਪੰਜਵੇਂ ਪ੍ਰਸ਼ਨ ਦੇ ਵਿੱਚ ਸਾਡੇ ਕੋਲੇ 3 ਸਵਾਲ a b c ਹਨ। ਤਾਂ ਇਹਦੇ ਵਿੱਚ ਅਸੀਂ ਜਿਹੜਾ ਪਰਮੇਸ਼ ਸੰਖਿਆਵਾਂ ਦਾ ਜੋੜ ਕੀਤਾ ਹੈ, ਅਸੀਂ ਸਵਾਲਾਂ ਵਿੱਚ ਦੇਖ ਗਏ ਵੀ ਰਕਮਾਂ ਤਿੰਨਾਂ ਦੇ ਵਿੱਚ ਜਿਹੜੀਆਂ ਸੰਖਿਆਵਾਂ ਪਰਮੇਸ਼ ਸੰਖਿਆਵਾਂ ਦੀਆਂ ਸੇਮ ਹਨ, ਇੱਕੋ ਜਿਹੀਆਂ ਹਨ, ਪਰ ਉਹਨਾਂ ਵਿੱਚ ਪਲੱਸ ਮਾਈਨਸ ਦਾ ਜਾਂ ਸਾਈਨ ਦਾ ਉਹ ਡਿਫਰੈਂਸ ਹੈ ਯਾਨੀ ਕਿ ਅਲੱਗ-ਅਲੱਗ ਹੈ। ਆਓ ਆਪਾਂ ਹੁਣ ਇਹਨਾਂ ਨੂੰ ਕਿਸ ਤਰ੍ਹਾਂ ਹੱਲ ਕਰਕੇ ਇਹ ਦੇਖਦੇ ਹਾਂ। ਸਾਡੇ ਕੋਲ ਪਹਿਲਾ ਸਵਾਲ ਹੈ, ਇਹ ਸਵਾਲ 1/2 ਜਮਾ 1/3। ਤਾਂ ਬੱਚਿਓ ਇਹ ਸਾਡੇ ਕੋਲ ਪਰਮੇਸ਼ ਸੰਖਿਆਵਾਂ ਹਨ, ਦੋਨਾਂ ਦੇ ਹਰ ਕੀ ਹਨ, ਅਲੱਗ-ਅਲੱਗ ਹਨ। ਤਾਂ ਸਾਨੂੰ ਪਤਾ ਹੈ ਜਦੋਂ ਪਰਮੇਸ਼ ਸੰਖਿਆਵਾਂ ਦੇ ਹਰ ਅਲੱਗ-ਅਲੱਗ ਹੋਣ
ਤਾਂ ਅਸੀਂ ਉਸ ਦਾ ਲਘੁੱਤਮ ਲੈ ਕੇ ਸਵਾਲ ਨੂੰ ਹੱਲ ਕਰਦੇ ਹਾਂ। ਤਾਂ ਬੱਚਿਓ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ, 2 ਅਤੇ 3 ਦਾ ਲਘੁੱਤਮ ਲੈਣਾ ਹੈ, ਯਾਨੀ ਕਿ ਲਘੁੱਤਮ ਸਮਾਵਰਤਕ LCM किस का लेना है, 2 ਅਤੇ 3 ਦਾ। ਤਾਂ ਬੱਚਿਓ 2 ਅਤੇ 3 ਦਾ ਲਘੁੱਤਮ ਕਿੰਨਾ ਸਾਡੇ ਕੋਲੇ 6, ਕਿਉਂਕਿ ਦੋਨਾਂ ਦੇ ਵਿੱਚ ਕੋਈ ਵੀ ਰਕਮ ਸਾਂਝੀ ਨਹੀਂ ਹੈ, ਸੰਖਿਆ ਸਾਂਝੀ ਨਹੀਂ ਹੈ, ਤਾਂ ਇਹਦਾ ਲਘੁੱਤਮ ਕਿੰਨਾ ਸਾਡੇ ਕੋਲ 6 ਆਵੇਗਾ। ਤਾਂ ਇਹ ਅਸੀਂ ਲਘੁੱਤਮ ਨੂੰ ਇੱਥੇ ਅਸੀਂ ਲਿਖ ਲੈਣਾ ਹੈ 6। ਹੁਣ ਬੱਚਿਓ ਅਸੀਂ ਅੱਗੇ ਦਾ ਸਟੈਪ ਦੇ ਵਿੱਚ ਕੀ ਕਰਨਾ ਹੁੰਦਾ ਹੈ, ਪਹਿਲੀ ਸੰਖਿਆ ਦੇ ਹਰ ਨੂੰ ਦੇਖਣਾ ਹੁੰਦਾ ਹੈ। ਪਹਿਲੀ ਸੰਖਿਆ ਦਾ ਹਰ ਕਿੰਨਾ ਹੈ, 2। ਤਾਂ ਅਸੀਂ ਜਿੰਨਾ ਸਾਡੇ ਕੋਲੇ ਲਘੁੱਤਮ ਆਇਆ ਹੈ ਉਸ ਲਘੁੱਤਮ ਨੂੰ 2 ਨਾਲ ਭਾਗ ਕਰ ਦੇਣਾ ਹੈ। ਜਦੋਂ ਅਸੀਂ 6 ਨੂੰ 2 ਨਾਲ ਭਾਗ ਕਰਾਂਗੇ ਤਾਂ ਸਾਡੇ ਕਿੰਨਾ ਜਾਵੇਗਾ, 3। ਇਸ 3 ਨੂੰ ਅਸੀਂ ਉਸ ਸੰਖਿਆ ਦੇ ਅੰਸ਼ ਨਾਲ ਗੁਣਾ ਕਰ ਦੇਣਾ ਹੁੰਦਾ ਹੈ। ਜਦੋਂ ਅਸੀਂ 1 ਨੂੰ 3 ਨਾਲ ਗੁਣਾ ਕੀਤਾ ਤਾਂ ਬੱਚੋ ਕਿੰਨਾ ਆ ਗਿਆ, 1 ਗੁਣਾ 3 3। ਹੁਣ ਦੋਨਾਂ ਦੇ ਵਿਚਾਲੇ ਸਾਈਨ ਕਿਹੜਾ ਹੈ, ਜਮਾ ਦਾ, ਪਲੱਸ ਦਾ, ਅਸੀਂ ਪਲੱਸ ਲਿਖਿਆ। ਫਿਰ ਉਸ ਤੋਂ ਬਾਅਦ ਅਸੀਂ ਦੂਜੀ ਸੰਖਿਆ ਦੇ ਹਰ ਨੂੰ ਦੇਖਣਾ ਹੁੰਦਾ ਹੈ। ਦੂਜੀ ਸੰਖਿਆ ਦਾ ਹਰ ਕਿੰਨਾ ਹੈ, 3। ਤਾਂ ਜਿੰਨਾ ਸਾਡੇ ਕੋਲ ਲਘੁੱਤਮ ਆਇਆ ਹੈ ਫਿਰ ਅਸੀਂ ਉਸ ਨੂੰ ਭਾਗ ਨਾਲ ਭਾਗ ਕਰ ਦੇਣਾ ਹੈ। 6 ਨੂੰ 3 ਨਾਲ ਭਾਗ ਕੀਤਾ 2, ਤਾਂ ਸਾਡੇ ਕੋਲ ਇਹ 2 ਬਚ ਗਿਆ। ਹੁਣ ਅਸੀਂ ਇਸ 2 ਨੂੰ ਇਸ ਸੰਖਿਆ ਨਾਲ ਗੁਣਾ ਕਰ ਦੇਣਾ ਹੈ, ਯਾਨੀ ਕਿ ਅੰਸ਼ ਨਾਲ। ਅੰਸ਼ ਕਿੰਨਾ ਹੈ, 1। ਤਾਂ 1 ਨੂੰ 2 ਨਾਲ ਗੁਣਾ ਕੀਤਾ 2, ਤਾਂ ਇੱਥੇ ਅਸੀਂ 2 ਲਿਖ ਲੈਣਾ ਹੈ। ਹੁਣ ਅਸੀਂ ਸਿਰਫ ਜੋ ਅੰਸ਼ ਦੇ ਵਿੱਚ ਰਕਮਾਂ ਹਨ, ਸੰਖਿਆਵਾਂ ਹਨ, ਉਹਨਾਂ ਦਾ ਖੰਡ ਦੀ ਹੈ। ਦੇਖੋ ਇਹ ਵੀ ਕਿਹੜੀ ਸੰਖਿਆ ਹੈ, ਜਮਾ ਦੀ ਹੈ, ਇਹ ਕਾਹਦੀ ਹੈ, ਇਹ ਵੀ ਜਮਾ ਦੀ ਹੈ। ਤਾਂ ਦੋਨਾਂ ਦਾ ਸਾਡੇ ਕੋਲ ਕੀ ਹੋ ਜਾਣਾ ਹੈਗਾ, ਜੋੜ ਹੋ ਜਾਣਾ ਹੈ। 3 ਜੋੜ 2 ਕਿੰਨਾ ਆ ਗਿਆ, 5। ਤਾਂ ਇਹ ਸਾਡੇ ਕੋਲ ਇਸ ਦਾ ਆਂਸਰ ਕਿੰਨਾ ਆ ਗਿਆ, 5/6। ਹੁਣ ਸਾਡੇ ਕੋਲ ਬੱਚਿਓ ਅਸੀਂ 20 ਸਵਾਲ ਦੇਖਦੇ ਹਾਂ। 20 ਸਵਾਲ ਦੇ ਵਿੱਚ ਕੀ ਹੈ, ਸਾਡੇ ਕੋਲ ਸੰਖਿਆਵਾਂ ਉਹੀ ਹਨ, ਸਿਰਫ ਸਾਡੇ ਕੋਲ ਇਹਨਾਂ ਵਿਚਾਲੇ ਜੋ ਪਲੱਸ ਮਾਈਨਸ ਦਾ ਸਾਈਨ ਦਾ ਉਹਦਾ ਅੰਤਰ ਹੈ। ਤਾਂ ਅਸੀਂ ਦੇਖਦੇ ਹਾਂ ਜੋ ਪਹਿਲੀ ਸੰਖਿਆ ਹੈ 1/2। ਇਸ ਸਵਾਲ ਦੇ ਵਿੱਚ ਪਲੱਸ ਵਾਲੀ ਸੀ, ਜਮਾ ਵਾਲੀ ਸੀਗੀ, ਤਾਂ ਇਹਦੇ ਵਿੱਚ ਕਾਹਦੀ ਹੈ, ਘਟਾਓ ਵਾਲੀ ਹੈ। ਤਾਂ ਇਸ ਸਵਾਲ ਨੂੰ ਅਸੀਂ ਕਿਸ ਤਰ੍ਹਾਂ ਹੱਲ ਕਰਾਂਗੇ, ਉਸ ਤਰ੍ਹਾਂ। ਤਾਂ ਬੱਚੇ ਦੇਖੋ ਜਿਨ੍ਹਾਂ ਵਿੱਚ ਸਾਡੇ ਕੋਲ ਜੇ ਰਕਮਾਂ ਦੇ ਵਿੱਚ ਪਲੱਸ ਜਾਂ ਮਾਈਨਸ ਹੈਗਾ, ਉਹਦੇ ਨਾਲ ਜਿਹੜਾ ਤਰੀਕਾ ਹੈਗਾ ਉਹ ਬਿਲਕੁਲ ਨਹੀਂ ਬਦਲਦਾ। ਸਾਡੇ ਕੋਲ ਤਰੀਕਾ ਉਹੀ ਰਹਿਣਾ ਹੈ ਐਲਸੀਐਮ ਵਾਲਾ, ਕਿਉਂਕਿ ਦੋਨਾਂ ਦੇ ਹਰ ਕੀ ਹਨ, ਅਲੱਗ-ਅਲੱਗ ਹਨ। ਸੇਮ ਤਰੀਕੇ ਨਾਲ ਅਸੀਂ 2 ਤੇ 3 ਦਾ ਪਹਿਲਾਂ ਐਲਸੀਐਮ ਯਾਨੀ ਕਿ ਲਘੁੱਤਮ ਸਮਾਵਰਤਕ ਪਤਾ ਕਰਨਾ ਹੈ, ਕਿੰਨਾ ਆਵੇਗਾ, 6। ਤਾਂ ਇਹ ਸਾਡੇ ਕੋਲ ਬੱਚੇ ਕਿੰਨਾ ਆ ਗਿਆ, 6। ਫਿਰ ਉਸ ਤਰ੍ਹਾਂ ਹੀ ਪਹਿਲੀ ਸੰਖਿਆ ਦਾ ਹਰ ਕਿੰਨਾ ਹੈ, 2। 6 ਨੂੰ ਅਸੀਂ 2 ਨਾਲ ਭਾਗ ਕੀਤਾ, ਕਿੰਨਾ ਆ ਗਿਆ, 3। ਹੁਣ ਬੱਚਿਓ ਆਪਾਂ ਇੱਥੇ 3 ਗੁਣਾ ਕਰਨਾ ਹੈ। ਸੰਖਿਆ ਕਿੰਨੀ ਹੈ, ਘਟਾਓ 1। ਤਾਂ ਇਸ ਨੂੰ ਅਸੀਂ 3 ਨਾਲ ਗੁਣਾ ਕੀਤਾ। ਜਦੋਂ ਅਸੀਂ ਘਟਾਓ 1 ਨੂੰ 3 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਗੁਣਨਫਲ ਕਿੰਨਾ ਆਵੇਗਾ, ਘਟਾਓ 3 -3। ਫਿਰ ਉਸ ਤੋਂ ਬਾਅਦ ਦੂਜੀ ਸੰਖਿਆ ਦਾ ਹਰ ਅਸੀਂ ਦੇਖਿਆ ਕਿੰਨਾ ਹੈ, 3 ਹੈ। ਅਸੀਂ 6 ਨੂੰ 3 ਨਾਲ ਭਾਗ ਕੀਤਾ, ਸਾਡੇ ਕੋਲ ਕਿੰਨਾ ਆ ਜਾਵੇਗਾ, 2। ਇਸ 2 ਨੂੰ ਆਪਾਂ ਕਿਸ ਨਾਲ ਗੁਣਾ ਕਰਨਾ ਹੈ, 1 ਨਾਲ। 1 ਨੂੰ ਅਸੀਂ 2 ਨਾਲ ਗੁਣਾ ਕੀਤਾ, ਕਿੰਨਾ ਆ ਗਿਆ, 2। ਤਾਂ ਬੱਚਿਓ ਕਿਉਂਕਿ ਇਹਨਾਂ ਦੇ ਵਿਚਾਲੇ ਜਿਹੜਾ ਨਿਸ਼ਾਨ ਹੈ ਕਾਹਦਾ ਹੈ, ਪਲੱਸ ਦਾ ਹੈ, ਇਸ ਨੂੰ ਅਸੀਂ ਪਲੱਸ ਦੇ ਨਾਲ ਹੀ ਲਿਖਾਂਗੇ। ਹੁਣ ਬੱਚਿਓ ਆਪਾਂ ਅੱਗੇ ਕੀ ਕਰਨਾ ਹੈ, ਦੇਖੋ ਇੱਥੇ ਦੋਨੇ ਸੰਖਿਆਵਾਂ ਕਰਦੀਆਂ ਸਨ ਜੋੜ ਵਾਲੀਆਂ, ਇੱਥੇ ਸੰਖਿਆਵਾਂ ਕਾਹਦੀਆਂ ਹਨ, ਇੱਕ ਘਟਾਓ ਵਾਲੀ ਹੈ, ਇੱਕ ਪਲੱਸ ਵਾਲੀ ਹੈ। ਜਦੋਂ ਅਸੀਂ -3 ਦੇ ਵਿੱਚੋਂ 2 ਘਟਾਇਆ ਤਾਂ ਸਾਡੇ ਕੋਲ ਆਂਸਰ ਕਿੰਨਾ ਜਾਵੇਗਾ, ਘਟਾਓ 1 ਬਟੇ ਕਿੰਨੇ ਹਨ, 6। ਤਾਂ ਇਸ ਤਰ੍ਹਾਂ ਸਾਡੇ ਕੋਲ ਇਸ ਦਾ ਆਂਸਰ ਆ ਗਿਆ -ਘਟਾਓ 1/6। ਤਾਂ ਹੁਣ ਬੱਚਿਓ ਅਸੀਂ ਜਿਹੜਾ ਇਹਦਾ ਸੀ ਪਾਰਟ ਹੈ ਉਹ ਹੱਲ ਕਰਦੇ ਹਾਂ। ਅਸੀਂ ਦੇਖੀਏ ਸੀ ਪਾਰਟ ਦੇ ਰਕਮਾਂ ਕੀ ਹਨ, ਘਟਾਓ 1/2, ਘਟਾਓ 1/3। ਤਾਂ ਬੱਚਿਓ ਅਸੀਂ ਇਸ ਵਾਰ ਦੇਖਿਆ ਵੀ ਇਹਨਾਂ ਵਿੱਚੋਂ ਪ੍ਰਮੇਸ਼ ਸੰਖਿਆਵਾਂ ਪਹਿਲਾਂ ਵਾਲੀਆਂ ਸਿਰਫ ਅੰਤਰ ਕਿਸ ਗੱਲ ਦਾ ਹੈ, ਫਰਕ ਕਿਸ ਗੱਲ ਦਾ ਹੈ, ਦੋਨੇ ਰਕਮਾਂ ਕਿਸ ਦੀਆਂ ਹਨ, ਘਟਾਓ ਵਾਲੀਆਂ ਸਾਡੇ ਕੋਲ ਇਹ ਹਨ। ਤਾਂ ਸੇਮ ਤਰੀਕਾ ਹੈ, ਅਸੀਂ ਦੋਨਾਂ ਦੇ ਹਰ ਦਾ ਐਲਸੀਐਮ ਲਿਆ। ਤਾਂ ਬੱਚਿਓ ਇਹ ਸਾਨੂੰ ਪਹਿਲਾਂ ਹੀ ਪਤਾ 2 ਤੇ 3 ਦਾ ਐਲਸੀਐਮ ਜਾਣੀ ਕਿ ਲਘੁੱਤਮ ਸਮਾਵਰਤਕ ਕਿੰਨਾ ਆ ਗਿਆ, 6। 6 ਨੂੰ 2 ਨਾਲ ਭਾਗ ਕੀਤਾ, ਕਿੰਨਾ ਆ ਗਿਆ, 3। ਹੁਣ 3 ਨੂੰ ਅਸੀਂ ਘਟਾਓ 1 ਨਾਲ ਗੁਣਾ ਕੀਤੀ, ਘਟਾਓ 3। ਫਿਰ 6 ਨੂੰ 3 ਨਾਲ ਭਾਗ ਕੀਤਾ, 2। 2 ਨੂੰ 1 ਨਾਲ ਗੁਣਾ ਕੀਤੀ, ਘਟਾਓ 2। ਅਸੀਂ ਦੋਨਾਂ ਬਾਰੇ ਘਟਾਓ ਦਾ ਨਿਸ਼ਾਨ ਲਿਖਿਆ ਕਿਉਂਕਿ ਇਹ ਸੰਖਿਆ ਘਟਾਓ ਦੀ ਹੈ, ਇਹ ਸੰਖਿਆ ਵੀ ਘਟਾਓ ਦੀ ਹੈ। ਤਾਂ ਬੱਚਿਓ ਸਾਨੂੰ ਪਤਾ ਹੈ ਜਿਹਨੂੰ ਦੋਨੇ ਸੰਖਿਆਵਾਂ ਕਾਹਦੇ ਵਾਲੀਆਂ ਹਨ, ਘਟਾਓ ਵਾਲੀਆਂ ਹਨ। ਤਾਂ ਇਹਨਾਂ ਜੋੜ ਹੋ ਜਾਵੇਗਾ, ਘਟਾਓ 3 ਤੇ ਘਟਾਓ 2 ਆਂਸਰ ਕਿੰਨਾ ਜਾਵੇਗਾ, ਘਟਾਓ 5, यानी कि -3 -2 -5। ਤਾਂ ਇਸ ਦਾ ਆਂਸਰ ਕਿੰਨਾ ਆ ਗਿਆ, -5/6। ਤਾਂ ਬੱਚਿਓ ਆਪਾਂ ਇਸ ਤਰ੍ਹਾਂ ਸਿੱਖ ਲਿਆ ਹੈ ਵੀ ਜੋ ਸਾਡੇ ਕੋਲ ਪ੍ਰਮੇਸ਼ ਸੰਖਿਆਵਾਂ ਦੇ ਹਰ ਅਲੱਗ-ਅਲੱਗ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਲਘੁੱਤਮ ਸਮਾਵਰਤਕ ਲੈਂਦੇ ਹਾਂ। ਫਿਰ ਇਸ ਤਰ੍ਹਾਂ ਅੱਗੇ ਉਹਦੀ ਜਿਹੜੀ
ਸਟੈਪ ਅਸੀਂ ਉਹ ਹੱਲ ਕਰਦੇ ਹਾਂ। ਤਾਂ ਬੱਚੇ ਹੁਣ ਆਪਾਂ 6ਵਾਂ ਸਵਾਲ ਹੱਲ ਕਰਦੇ ਹਾਂ। ਸਾਡੇ ਕੋਲ 6ਵੇਂ ਸਵਾਲ ਦੇ ਵਿੱਚ ਹੈ, ਸਾਡੇ ਕੋਲ 4 ਸੰਖਿਆਵਾਂ ਹਨ, -1, 1/2, 3/2 ਅਤੇ 5। ਅਸੀਂ ਇਹਨਾਂ ਨੂੰ ਸੰਖਿਆ ਰੇਖਾ ਯਾਨੀ ਕਿ ਨੰਬਰ ਲਾਈਨ ਦੇ ਉੱਤੇ ਦਰਸਾਉਣਾ ਹੈ। ਤਾਂ ਬੱਚੋ ਸਭ ਤੋਂ ਪਹਿਲਾਂ ਅਸੀਂ ਨੰਬਰ ਲਾਈਨ ਬਣਾ ਲਈ ਹੈ। ਇਸ ਤਰ੍ਹਾਂ ਨੰਬਰ ਲਾਈਨ ਬਣਾਉਣੀ ਹੈ, ਉਸ ਤੇ ਅਸੀਂ ਜਿਹੜੇ ਅੰਕ ਉਹ ਅੰਕਿਤ ਕਰਦੇ ਹਾਂ 0, 1, 2, 3, 4, 5, 6। ਤਾਂ ਖੱਬੇ ਪਾਸੇ ਘਟਾਓ 1, ਘਟਾਓ 2, ਘਟਾਓ 3, ਘਟਾਓ 4। ਤਾਂ ਜਿੰਨੀ ਸਾਨੂੰ ਜ਼ਰੂਰਤ ਹੁੰਦੀ ਹੈ ਅਸੀਂ ਉਸ ਹਿਸਾਬ ਦੇ ਜਿਹੜੇ ਅੰਕ ਉਹ ਸੰਖਿਆ ਰੇਖਾ ਤੇ ਬਣਾ ਲੈਂਦੇ ਹਾਂ। ਤਾਂ ਬੱਚੇ ਸਾਡੇ ਕੋਲ ਪਹਿਲੀ ਸੰਖਿਆ ਰੇਖਾ ਵਿੱਚ ਹੈ ਘਟਾਓ 1। ਤਾਂ ਅਸੀਂ ਦੱਸਣਾ ਵੀ ਘਟਾਓ 1 ਕਿਹੜਾ ਉਹ ਸੰਖਿਆ ਰੇਖਾ ਤੇ ਕਿੱਥੇ ਪਿਆ ਹੈ। ਤਾਂ ਬਹੁਤ ਸੌਖਾ ਤੁਸੀਂ ਦੱਸ ਸਕਦੇ ਹੋ ਕਿ ਬੱਚੇ ਘਟਾਓ 1 ਕਿੱਥੇ ਹੈ, ਇਹ। ਤਾਂ ਇਹ ਸਾਡੇ ਕੋਲ ਘਟਾਓ 1 ਹੈ। ਦੂਸਰਾ ਸਾਡੇ ਕੋਲ ਹੈ 1/2। ਤਾਂ ਬੱਚੋ 1/2 ਕਿੰਨਾ ਹੁੰਦਾ ਹੈ? ਜੇ ਅਸੀਂ 1/2 ਨੂੰ ਹੱਲ ਕਰਕੇ ਇਸ ਦਾ ਆਂਸਰ ਦਸ਼ਮਲਵ ਕਿੰਨਾ ਆਉਂਦਾ ਹੈ? 0.5। यानी कि 1/0.5 किहदे विचाले है? 0 ਅਤੇ 1। तो सानू पता है भी 0 ਤੇ 1 ਦੇ ਵਿਚਾਲੇ है। तो ये इस तरह विचाले आएगा, ਅਸੀਂ ਇੱਥੇ 1/2 लिख सकते हैं। तो साडे कोल ਅਸੀਂ ਜਿਹੜਾ 1/2 ਨੂੰ संख्या रेखा ਤੇ इस ਥਾਂ ਤੇ दर्शावांगे। उस तो बाद साडे कोल है संख्या 3/2। तो बच्चों सानू पता है भी 3/2 ਨੂੰ ਅਸੀਂ ਦਸ਼ਮਲਵ ਵਿੱਚ किस तरह लिखते हैं? 1.5 यानी कि 1.5। ਤਾਂ 1.5 यानी कि 1 ਅਤੇ 2 ਦੇ ਮੱਧ ਦੇ ਵਿੱਚ ਵਿਚਾਲੇ ਵਿੱਚ। ਤਾਂ ਬੱਚੋ 1.5 ਕਿੱਥੇ ਆਵੇਗਾ? ਇਹ ਸਾਡੇ ਕੋਲ 1 ਹੈ, ਇਹ ਸਾਡੇ ਕੋਲੇ 2 ਹੈ, यानी कि 1 ਅਤੇ 2 ਦੇ ਬਿਲਕੁਲ ਵਿਚਾਲੇ। ਤਾਂ ਇਸ ਨੂੰ ਅਸੀਂ ਇਸ ਤਰ੍ਹਾਂ ਇੱਥੇ ਬਣਾ ਸਕਦੇ ਹਾਂ। ਤਾਂ ਇਹ ਸਾਡੇ ਕੋਲ ਜਿਹੜੀ 3/2 ਹੈ ਇਹ ਸੰਖਿਆ ਆ ਗਈ ਹੈ। ਤਾਂ 3/2 ਸੰਖਿਆ ਕਿੱਥੇ ਹੈ? ਸਾਡੇ ਕੋਲ ਇਸ ਜਗ੍ਹਾ ਤੇ। ਉਸ ਤੋਂ ਬਾਅਦ ਸਾਡੇ ਕੋਲ ਸੰਖਿਆ ਹੈ 5। बच्चों 5 सारे कोई संख्या धनात्मक है, प्लस वाली है। तो 5 ਨੂੰ ਅਸੀਂ ਸੌਖੇ ਦੱਸ ਸਕਦੇ ਹਾਂ। 5 ਕਿੱਥੇ ਹੈ? ਇਸ ਜਗ੍ਹਾ ਉੱਪਰ। ਇਹ ਸੰਖਿਆ ਸਾਡੇ ਕੋਲੇ 5 ਸਾਡੇ ਕੋਲੇ ਆ ਗਈ ਹੈ। ਤਾਂ ਬੱਚਿਓ ਇਸ ਤਰ੍ਹਾਂ ਆਪਾਂ ਚਾਰੇ ਸੰਖਿਆਵਾਂ ਨੂੰ ਸੰਖਿਆ ਰੇਖਾ ਉੱਤੇ ਦਰਸਾ ਦਿੱਤਾ ਹੈ। ਤਾਂ ਬੱਚਿਓ 7ਵਾਂ ਸਵਾਲ ਆਪਾਂ ਨੂੰ ਹੱਲ ਕਰਦੇ ਹਾਂ। ਸਾਡੇ ਕੋਲ 7ਵੇਂ ਸਵਾਲ ਦੇ ਵਿੱਚ ਹੈ ਉਹ ਸੰਖਿਆ ਜੋ p/q ਦੇ ਰੂਪ ਵਿੱਚ ਹੋਵੇ ਅਤੇ ਡੈਸ਼ ਅਤੇ q ਡੈਸ਼ ਸੰਖਿਆਵਾਂ ਹੋਣ ਅਤੇ q 0 बराबर ना हो भिन्न कहा जाता है। आ नंबर ऑफ द फॉर्म p/q वेयर खाली था यानी कि फिल द ब्लैंक्स एंड q आर डैश नंबर्स एंड q इज नॉट इक्वल टू 0 इज कॉल्ड फ्रैक्शन। तो बच्चों ਅਸੀਂ ਦੱਸਣਾ ਹੈ ਇਹਨਾਂ ਖਾਲੀ ਥਾਂ ਵਿੱਚ ਕੀ ਆਵੇਗਾ। ਸਾਡੇ ਕੋਲ ਜੋ ਸੰਖਿਆ ਹੈ ਉਹ ਕੀ ਹੈ? p/q ਫਾਰਮ ਦੇ ਵਿੱਚ ਹੈ। ਤਾਂ ਜਿਹੜੇ p ਤੇ q ਆ ਬੱਚਿਓ ਇਹ ਦੋਨੋਂ ਜਿਹੜੀਆਂ ਸੰਖਿਆਵਾਂ ਹੁੰਦਾ ਸਾਡੇ ਕੋਲ ਇਹ ਪੂਰਨ ਸੰਖਿਆਵਾਂ ਹੁੰਦੀਆਂ ਹਨ। यानी कि p संख्या भी पूर्ण होंगी है, q भी पूर्ण होंगी है। तो q बराबर 0 ਦੇ नहीं हो सकती, क्योंकि जेकर ਅਸੀਂ ਕਿਸੇ संख्या पर जिस तरह 1/0 लिख देने हैं तो सानू पता भी ਜਿਹੜੀ ਆ ਉਹ संख्या परिभाषित नहीं होंगी, यानी कि ਅਸੀਂ ਉਸ ਦਾ ਮੁੱਲ ਪਤਾ नहीं कर सकते। तो इस तरह ਅਸੀਂ कह सकते हैं ਜਿਹੜੀ ਬਟਿਆਂ ਵਾਲੀ संख्या है हर ਦੇ ਵਿੱਚ संख्या है वो कदे भी 0 नहीं हो सकती, यानी कि q इज नॉट इक्वल टू 0। तो हम साढ़े को सवाल है खाली थां की करना है। तो पहली संख्या में आएगा p ਅਤੇ q साढ़े को लिखा है। उस तो बाद खाली थां लिखना है असी पूर्ण, यानी कि साढ़े को p ਅਤੇ q ਜਿਹੜੀਆਂ ਦੋਨੇ ਸੰਖਿਆਵਾਂ ਉਹ पूर्ण ਹੁੰਦੀਆਂ ਹਨ। ਤਾਂ ਖਾਲੀ ਥਾਂ ਵਿੱਚ ਅਸੀਂ p ਭਰਨਾ ਹੈ, दूसरे ਵਿੱਚ ਅਸੀਂ पूर्ण ਭਰਨਾ ਹੈ। तो बच्चों ਅਸੀਂ 8ਵਾਂ ਸਵਾਲ ਨੂੰ ਹੱਲ ਕਰਦੇ ਹਾਂ। ਸਾਡੇ ਕੋਲ 8ਵੇਂ ਸਵਾਲ ਦੇ ਵਿੱਚ ਹੈ ਇੱਕ ਲੜਕਾ वास्तविक संख्या रेखा ते यानी कि संख्या रेखा ते चल रहा है, उसका पिछला पैर दसना भी कित्थे है अते अगला पैर कित्थे है। तो असी बच्चों देखा भी बच्चा संख्या रेखा चल रहा है उसका अगला पैर यानी कि उसके पब की गल कर रहे हैं। तो असी जो पहले थाना पब कित चल रहा है उसका 0 ते है, जो अगले वाला पब है वो कितने ते है 9/4 ते। तो इसके खाली थां विच की आएगा 0 एंड 9.4। तो बच्चों साढ़े को अगला सवाल है 9वां सवाल है वर्गमूल 5 ਨੂੰ संख्या रेखा ਤੇ दर्शाओ, रिप्रेजेंट स्क्वायर रूट 5 ऑन रियल नंबर लाइन। तो ਅਸੀਂ ਦੱਸਣਾ ਹੈ ਜੋ स्क्वायर रूट 5 यानी कि अंडर रूट 5 ਹੁੰਦਾ ਹੈ ਇਹ संख्या रेखा ਤੇ ਇਸ ਦੀ ਕੀਮਤ ਕਿੱਥੇ ਹੁੰਦੀ ਹੈ। क्योंकि बच्चे वर्गमूल 5 ਸਾਡੇ ਕੋਲ ਪਤਾ ਵੀ अपरमेय संख्या है ਤੇ ਸਾਨੂੰ ਪਤਾ ਵੀ अपरमेय संख्या ਜਿਹੜਾ ਕਦੇ ਵੀ ਅੰਤ ਨਹੀਂ ਹੁੰਦਾ। ਤਾਂ ਸਾਨੂੰ ਪਤਾ नहीं भी कितने आएगा। तो ਅਸੀਂ ਇਸ ਨੂੰ संख्या रेखा ਤੇ किस तरह दर्शाने हैं। तो इस वास्ते ਅਸੀਂ क्रिया करते हैं, एक्टिविटी करते हैं। तो बच्चों ਅਸੀਂ करना की आ
ਜਿਹੜੇ 2 ਯੂਨਿਟ ਹੈ, ਜਿਸ ਤਰ੍ਹਾਂ ਸਾਡੇ ਕੋਲ 1 ਯੂਨਿਟ ਹੋ ਗਿਆ, 2 ਯੂਨਿਟ ਹੋ ਗਏ, ਅਸੀਂ ਕਿੰਨੇ ਕਿੰਨੇ ਲੈ ਸਕਦੇ ਹਾਂ। ਇਹ ਦੋਨੇ ਯੂਨਿਟ ਅਸੀਂ ਕਿਹੜੇ ਹੈਗੇ ਇਸ ਪਾਸੇ ਤੇ ਲੈਣੇ ਹੈ, ਤੇ ਇਸ ਪਾਸੇ ਤੇ ਬਿਲਕੁਲ ਲੰਬ ਦੇ ਰੂਪ ਦੇ ਵਿੱਚ ਅਸੀਂ ਕਿੰਨਾ ਲੰਬਾਈ ਲੈਣੀ ਹੈ, 1 ਯੂਨਿਟ ਬਰਾਬਰ। ਜਿੰਨਾ 1 ਯੂਨਿਟ ਹੈ ਉਹਨੇ 1 ਯੂਨਿਟ ਨੂੰ ਅਸੀਂ ਇਸ ਪਾਸੇ ਲੈਣਾ ਹੈ। ਤਾਂ ਬੱਚੋ ਤੁਸੀਂ ਇਸ ਨੂੰ ਪ੍ਰਕਾਰ ਨਾਲ ਜਾਂ ਸਕੇਲ ਨਾਲ ਮਿਣ ਕੇ ਲੈ ਸਕਦੇ ਹੋ, ਤੇ ਜਿਹੜੀ ਇਹ ਸਾਡੇ ਕੋਲ ਬਿਲਕੁਲ ਲੰਬ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ। ਇਸ ਗੱਲ ਦਾ ਅਸੀਂ ਪੂਰਾ ਧਿਆਨ ਰੱਖਣਾ ਹੈ। ਤਾਂ ਬੱਚੋ ਸਾਡੇ ਕੋਲ ਇਸ ਤਰ੍ਹਾਂ ਇੱਥੇ ਕਿੰਨੇ ਯੂਨਿਟ ਹੋ ਸਾਡੇ ਕੋਲ 2, ਇਹ ਇੱਥੋਂ ਲੈ ਕੇ ਸਾਡੇ ਕੋਲ ਇੱਥੋਂ ਕਿੰਨੇ ਯੂਨਿਟ ਹੋ ਗਏ ਸਾਡੇ ਕੋਲ 1, ਯਾਨੀ ਕਿ ਜਿਹੜੀ ਸਾਡੇ ਕੋਲ ਇਹ ਲੰਬਾਈ ਹੈ 1 ਯੂਨਿਟ ਹੈ, ਇਹ ਲੰਬਾਈ ਸਾਡੇ ਕੋਲੇ 2 ਯੂਨਿਟ ਹੈ। ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਇਸ ਬਿੰਦੂ ਨੂੰ ਸਕੇਲ ਦੇ ਨਾਲ ਇੱਥੇ ਮਿਲਾ ਦੇਣਾ ਹੈ। ਤਾਂ ਬੱਚੋ ਹੁਣ ਆਪਾਂ ਜਿਸ ਨੂੰ ਧਿਆਨ ਨਾਲ ਦੇਖੀਏ, ਸਾਡੇ ਕੋਲੇ ਇਹ ਇੱਕ ਸਮਕੋਣ ਤ੍ਰਿਭੁਜ ਯਾਨੀ ਕਿ ਰਾਈਟ ਐਂਗਲ ਟ੍ਰਾਇੰਗਲ ਸਾਡੇ ਕੋਲੇ ਬਣ ਗਈ ਹੈ। ਤਾਂ ਹੁਣ ਅਸੀਂ ਕਿਸ ਤਰ੍ਹਾਂ ਵਰਗਮੂਲ 5 ਯਾਨੀ ਕਿ ਸਕੁਅਰ ਰੂਟ 5 ਜਿਹੜਾ ਮੁੱਲ ਆ ਉਹ ਦੱਸ ਸਕਦੇ ਹਾਂ। ਤਾਂ ਅਸੀਂ ਬਸ ਕੀ ਕਰਨਾ ਹੈ, ਇੱਥੇ ਇਸ ਬੱਚੇ ਦੇ ਨਾਂ ਰੱਖ ਲਿਆ, ਇਸ ਨੂੰ ਅਸੀਂ O ਮੰਨ ਲੈਂਦੇ ਹਾਂ, ਇਸ ਬਿੰਦੂ ਨੂੰ ਅਸੀਂ E ਮੰਨ ਲਿਆ, ਇਸ ਨੂੰ ਅਸੀਂ D ਮੰਨ ਲਿਆ। ਤਾਂ ਬੱਚੋ ਸਾਨੂੰ ਪਤਾ ਲੱਗ ਗਿਆ ਜਿਹੜੀ OAB ਇੱਕ ਸਮਕੋਣ त्रिभुज है, यानी कि राइट एंगल ट्रायंगल है। ਤਾਂ ਸਾਨੂੰ ਪਤਾ ਵੀ ਸਮਕੋਣ ਤ੍ਰਿਭੁਜ ਦੇ ਵਿੱਚ ਬੱਚੋ ਅਸੀਂ ਜੇਕਰ ਸਾਨੂੰ ਤ੍ਰਿਭੁਜ ਦੀਆਂ ਦੋ ਭੁਜਾਵਾਂ ਪਤਾ ਹੋਣ ਤਾਂ ਤੀਸਰੀ ਭੁਜਾ ਅਸੀਂ ਕਿਸ ਤਰ੍ਹਾਂ ਪਤਾ ਕਰਦੇ ਹਾਂ, ਪਾਇਥਾਗੋਰਸ ਥਿਓਰਮ ਦੀ ਵਰਤੋਂ ਕਰਕੇ। ਤਾਂ ਇਸ ਤੇ ਅਸੀਂ ਪਾਇਥਾਗੋਰਸ ਥਿਓਰਮ ਦੀ ਵਰਤੋਂ ਕਰਦੇ ਹਾਂ। ਤਾਂ ਪਾਇਥਾਗੋਰਸ ਥਿਓਰਮ ਵਿੱਚ ਕੀ ਹੁੰਦਾ ਸਾਡੇ ਕੋਲੇ, ਤਾਂ ਬੱਚੋ ਇਹ ਸਾਡੇ ਕੋਲ ਕਰਨ ਵਾਲੀ ਭੁਜਾ ਬਣ ਜਾਂਦੀ ਹੈ। ਇਹ ਆਧਾਰ, ਇਹ ਲੰਬ, ਇਸ ਤਰ੍ਹਾਂ ਇਸ ਨੂੰ ਅਸੀਂ ਲੰਬ ਦੇ ਰੂਪ ਲਿਖ ਸਕਦੇ ਹਾਂ, ਇਸ ਨੂੰ ਅਸੀਂ ਆਧਾਰ ਲਿਖ ਸਕਦੇ ਹਾਂ। ਤਾਂ ਸਾਡੇ ਕੋਲ ਕੀ ਹੁੰਦਾ ਹੈ, ਕਰਨ ਦਾ ਵਰਗ ਬਰਾਬਰ ਹੁੰਦਾ ਹੈ ਲੰਬ ਦਾ ਵਰਗ ਪਲੱਸ ਜਮਾ ਯਾਨੀ ਕਿ ਆਧਾਰ ਦਾ ਵਰਗ। ਤਾਂ ਸਾਡੇ ਕੋਲ ਕਰਨ ਕਿੰਨਾ ਹੈ ਉਹ ਅਸੀਂ ਪਤਾ ਕਰਨਾ ਹੈ, ਯਾਨੀ ਕਿ OB ਦਾ ਵਰਗ, ਲੰਬ ਸਾਡੇ ਕੋਲ ਹੈ 1 ਦਾ ਵਰਗ, ਆਧਾਰ ਕਿੰਨਾ ਹੈ 2 ਦਾ ਵਰਗ। ਤਾਂ ਬੱਚੋ ਇਸ ਨੂੰ ਹੱਲ ਕੀਤਾ, 1 ਦਾ ਵਰਗ 1, 2 ਦਾ ਵਰਗ 4, ਮਤਲਬ ਦਾ ਆਂਸਰ ਕਿੰਨਾ ਸਾਡੇ ਕੋਲ 5। ਹੁਣ ਬੱਚੋ ਅਸੀਂ ਮੁੱਲ ਕਿਸ ਦਾ ਪਤਾ ਕਰਨਾ ਹੈ, OB ਦਾ। ਤਾਂ ਬੱਚੋ ਅਸੀਂ OB ਦੇਖਿਆ, OB ਦਾ ਤੇ ਵਰਗ ਹੈ। ਜੇਕਰ ਅਸੀਂ ਵਰਗ ਦੂਸਰੇ ਪਾਸੇ ਸ਼ਿਫਟ ਕਰਦੇ ਹਾਂ ਜਾਂ ਉਧਰ ਲੈ ਕੇ ਜਾਂਦੇ ਹਾਂ ਤਾਂ ਇਹ ਸਾਡੇ ਕੋਲੇ ਵਰਗਮੂਲ ਬਣ ਜਾਂਦਾ ਹੈ। ਤਾਂ ਇਹ ਕਿੰਨਾ ਬਣ ਗਿਆ, ਵਰਗਮੂਲ 5। ਜਾਂ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਵੀ ਜੇਕਰ ਦੋਨੇ ਪਾਸੇ ਅਸੀਂ ਇਸ ਦਾ ਵਰਗਮੂਲ ਕਰ ਦੇਈਏ ਤਾਂ इधर वर्ग ਤੇ वर्गमूल कैंसिल हो जाएगा, इधर वर्गमूल आ जाएगा। ਤਾਂ ਸਾਡੇ ਕੋਲ ਜੋ OB ਦਾ ਮੁੱਲ ਹੈ ਉਹ ਸਾਡੇ ਕੋਲੇ ਵਰਗਮੂਲ 5 ਇਕਾਈਆਂ ਆ ਗਿਆ ਹੈ। ਤਾਂ ਹੁਣ ਅਸੀਂ ਦੱਸਣਾ ਵੀ ਇਹ ਸੰਖਿਆ ਰੇਖਾ ਤੇ ਇਸ ਦੀ ਕੀਮਤ ਕਿੰਨੀ ਹੋਵੇਗੀ। ਤਾਂ ਬੱਚੋ ਇਹਦੇ ਸਾਨੂੰ ਇੱਕ ਪ੍ਰਕਾਰ ਦੀ ਸਤਹ ਲੈਣੀ ਬਣੀ ਹੈ। ਤੁਸੀਂ ਕਰਨਾ ਕੀ ਹੈ, ਪ੍ਰਕਾਰ ਵਿੱਚ ਪੈਂਸਿਲ ਸੇ ਰੱਖ ਕੇ ਇਸ ਤਰ੍ਹਾਂ ਪ੍ਰਕਾਰ ਨੂੰ O ਵਾਲੇ ਪਾਸੇ ਰੱਖਣਾ ਹੈ, ਜੋ ਪੈਂਸਿਲ ਵਾਲਾ ਸਿਰਾ ਹੈ ਉਸ ਨੂੰ ਅਸੀਂ B ਵਾਲੇ ਸਾਈਡ ਤੇ ਰੱਖਣਾ ਹੈ। ਤਾਂ ਇਸ ਤਰ੍ਹਾਂ ਰੱਖ ਕੇ ਪ੍ਰਕਾਰ ਨੇ ਰੱਖਣਾ ਸਿਰਾ, ਇਸ ਤਰ੍ਹਾਂ ਅਸੀਂ ਇਸ ਨੂੰ ਅੱਗੇ ਜਿਹੜਾ ਹੈਗਾ ਉਹ ਲੈ ਜਾਣਾ ਹੈ। ਤਾਂ ਇਸ ਤਰ੍ਹਾਂ ਸਾਡੇ ਕੋਲ ਚਾਪ ਆਓ ਪ੍ਰਕਾਰ ਨਾਲ ਲਗਾ ਦੇਣੀ ਹੈ। ਇਸ ਚਾਪ ਨੂੰ ਸੰਖਿਆ ਰੇਖਾ ਤੇ ਜਿਸ ਬਿੰਦੂ ਤੇ ਇਹ ਕੱਟਦਾ, ਦੇਖੋ ਬੱਚੋ ਕਿਉਂਕਿ ਪ੍ਰਕਾਰ ਦੀ ਜਿੰਨੀ ਲੰਬਾਈ ਇਹ ਹੈ ਪ੍ਰਕਾਰ ਦੀ ਓਨੀ ਲੰਬਾਈ ਇਹ ਹੋਣੀ ਹੈ। ਤਾਂ ਸਾਡੇ ਕੋਲ ਆਹ ਜਿਹੜੀ ਕੀਮਤ ਕਿੰਨੀ ਹੈ, ਵਰਗਮੂਲ 5 ਹੈ। ਤਾਂ ਸਾਡੇ ਕੋਲ ਆਹ ਮੁੱਲ ਹੈ ਇਹ ਵੀ ਕਿੰਨਾ ਹੋਵੇਗਾ, ਵਰਗਮੂਲ 5। यानी कि जो वर्गमूल 5 का संख्या रेखा ते मुल है वो इस बिंदु ते है, यानी कि इस बिंदु ते वर्गमूल 5 का मुल संख्या रेखा उत्ते है। तो इस तरह असीं जिहड़ी वर्गमूल 5 यानी कि स्क्वायर रूट 5 नूं संख्या रेखा ते बहुत ही सौखे तरीके नाल दर्शा सकते हैं। तो बच्चों असीं 10वां सवाल हल करते हैं। साडे कोल 10वां सवाल है 3 ਅਤੇ 4 ਦੇ ਵਿਚਕਾਰ 6 ਪ੍ਰਮੇय ਸੰਖਿਆਵਾਂ ਲਿਖੋ। राइट 6 रैशनल नंबर्स बिटवीन 3 and 4, यानी कि ਅਸੀਂ 3 ਤੇ 4 ਦੇ ਵਿਚਕਾਰ 6 ਪ੍ਰਮੇय ਸੰਖਿਆਵਾਂ ਦੱਸੀਆਂ ਹਨ, 6 ਰੈਸ਼ਨਲ ਨੰਬਰ ਦੱਸੇ ਹਨ। ਤਾਂ ਸਾਨੂੰ ਪਤਾ ਹੈ ਵੀ ਦੋ ਨੰਬਰ ਦੇ ਵਿਚਕਾਰ ਬਹੁਤ ਜ਼ਿਆਦੀਆਂ ਪ੍ਰਮੇय ਸੰਖਿਆਵਾਂ ਹੋ ਸਕਦੀਆਂ ਹਨ। ਤਾਂ ਸਾਨੂੰ ਇਸ ਸਵਾਲ ਦੇ ਵਿੱਚ ਕਿੰਨੀਆਂ ਪਤਾ ਕਰਨ ਨੂੰ ਕਿਹਾ ਗਿਆ ਹੈ, 6। ਤਾਂ ਬੱਚੋ ਇਸ ਤਰ੍ਹਾਂ ਸਾਡੇ ਕੋਲ ਤਰੀਕਾ ਹੁੰਦਾ ਹੈ, ਜਿਹੜੀਆਂ ਇਹ ਪ੍ਰਮੇय ਸੰਖਿਆਵਾਂ ਅਸੀਂ ਬਹੁਤ ਜ਼ਿਆਦਾ ਤਰੀਕੇ ਨਾਲ ਅਸੀਂ ਜਿਹੜਾ ਇਸ ਨੂੰ ਅਸੀਂ ਲੱਭ ਸਕਦੇ ਹਾਂ। ਤਾਂ ਸਾਡੇ ਕੋਲ ਇੱਕ ਸੌਖਾ ਤਰੀਕਾ ਹੈ, ਉਸ ਵਾਸਤੇ ਕੀ ਹੈ, ਤਾਂ ਅਸੀਂ ਪ੍ਰਮੇय ਸੰਖਿਆਵਾਂ ਕਿੰਨੀਆਂ ਲੱਭਣੀਆਂ ਬੱਚਿਓ, ਪ੍ਰਮੇय ਸੰਖਿਆਵਾਂ ਕਿੰਨੀਆਂ ਲੱਭਣੀਆਂ ਹਨ, ਉਹਨਾਂ ਦੀ ਕਿੰਨੀ ਗਿਣਤੀ ਆ ਗਈ 6। ਤਾਂ ਇਹਦੇ ਵਿੱਚ ਅਸੀਂ ਕੀ ਕਰਨਾ, ਉਸ ਦੇ ਵਿੱਚ ਅਸੀਂ ਆਪਦੇ ਕੋਲੋਂ ਇੱਕ ਜੋੜ ਲੈਣਾ ਹੈ, ਯਾਨੀ ਕਿ ਇੱਕ ਵੱਧ, 6 ਤੋਂ ਇੱਕ ਵੱਧ ਕਿੰਨਾ ਹੋ ਗਿਆ 7। ਤਾਂ ਹੁਣ ਬੱਚਿਓ 7 ਨੂੰ ਅਸੀਂ ਕੀ ਕਰਨਾ ਹੈ,
3 ਅਤੇ 4 ਨੂੰ ਅੰਸ਼ ਤੇ ਹਰ ਦੇ ਵਿੱਚ ਗੁਣਾ ਕਰ ਦੇਣਾ ਹੈ। ਇਸ ਤਰ੍ਹਾਂ ਸਾਡੇ ਕੋਲ ਸੰਖਿਆ 3 ਹੈ, ਹੁਣ 3 ਦਾ ਬੱਚੋ ਸਾਡੇ ਕੋਲ ਅਸੀਂ ਕੋਈ ਹਰ ਨਹੀਂ ਹੈ ਤਾਂ ਬੱਚੋ ਇਹਦਾ ਹਰ ਕਿੰਨਾ ਹੋ ਗਿਆ ਫਿਰ 1। ਇਸ ਤਰ੍ਹਾਂ 4 ਤਾਂ ਬੱਚੋ 4 ਦਾ ਹਰ ਕਿੰਨਾ ਹੋਵੇਗਾ 1। ਤਾਂ ਪਹਿਲਾਂ ਅਸੀਂ ਜਿਹੜੀਆਂ ਜੇਕਰ ਸਾਡੇ ਕੋਲ ਪਰਮੇਸ਼ ਸੰਖਿਆਵਾਂ ਇਸ ਤਰ੍ਹਾਂ ਵੱਡੇ ਦੇ ਰੂਪ ਵਿੱਚ ਨਹੀਂ ਹੈਗੀਆਂ ਤਾਂ ਪਹਿਲਾਂ ਅਸੀਂ ਉਸ ਨੂੰ ਵੱਡੇ ਦੇ ਰੂਪ ਵਿੱਚ ਲਿਖ ਲੈਂਦੇ ਹਾਂ। ਤਾਂ ਸਾਡੇ ਕੋਲ ਬੱਚੇ ਹੁਣ ਕਿੰਨਾ ਅਸੀਂ ਸਾਡੇ ਕੋਲ 7 ਹੈ, ਤਾਂ ਇਸ 7 ਨੂੰ ਇਸ ਸੰਖਿਆ ਦੇ ਅੰਸ਼ ਦੇ ਹਰ ਨਾਲ ਗੁਣਾ ਕਰ ਦੇਣਾ ਹੈ, ਜਿਹੜੀਆਂ ਦੋ ਸੰਖਿਆਵਾਂ ਦੇ ਵਿਚਕਾਰ ਅਸੀਂ ਪਤਾ ਕਰਨਾ ਹੈ। ਤਾਂ 7 ਨੂੰ 3 ਨਾਲ ਕੀਤਾ ਬੱਚੇ ਕਿੰਨਾ ਆ ਗਿਆ 21/7। 4 ਨੂੰ 7 ਨਾਲ ਕੀਤਾ ਕਿੰਨਾ ਆ ਗਿਆ 28/7। ਤਾਂ ਬੱਚਿਓ ਅਸੀਂ ਇਹਨਾਂ ਜਾਣ ਕੇ 3 ਅਤੇ 4 ਦੇ ਵਿਚਕਾਰ ਕਿੰਨੀਆਂ ਪਰਮੇਸ਼ ਸੰਖਿਆ ਪਤਾ ਕਰਨੀਆਂ ਸਨ 6। ਹੁਣ ਦੇਖੋ ਇਹ ਕਿਹੜੀਆਂ ਪਰਮੇਸ਼ ਸੰਖਿਆਵਾਂ ਹੋਣਗੀਆਂ। ਤਾਂ ਬੱਚੇ ਸਾਡੇ ਕੋਲ ਜਿਵੇਂ ਪਹਿਲੀ ਸੰਖਿਆ ਦੇਖੋ 21 ਹੈਗੀ, ਇਸ ਤੋਂ ਬਾਅਦ ਜਿਹੜੀ ਆਉਣੀ ਹੈਗੀ 22, ਲਿਖਣਾ 22/7, ਫਿਰ ਲਿਖਣੀ ਆ 23/7, ਫਿਰ ਲਿਖਣੀ ਆ 24/7, 25/7, 26/7 ਤੇ 27/7। ਜਾਣ ਕੇ ਇਸ ਸੰਖਿਆ ਤੋਂ 28 ਤੋਂ ਘੱਟ ਅਤੇ 21 ਤੋਂ ਵੱਧ ਹਰ ਵਿੱਚ ਰੱਖਣਾ ਹੈ 7। ਤਾਂ ਬੱਚਿਆਂ ਦੀ ਗਿਣਤੀ ਕਿੰਨੀ ਹੋਊਗੀ 1 2 3 4 5 6। ਤਾਂ ਇਸ ਤਰ੍ਹਾਂ ਸਾਡੇ ਕੋਲ ਜਿਹੜੀਆਂ 6 ਸੰਖਿਆਵਾਂ ਸਾਨੂੰ ਲੋੜੀਂਦੀਆਂ ਹਨ ਪਰਮੇਸ਼ ਸੰਖਿਆਵਾਂ 3 ਅਤੇ 4 ਦੇ ਵਿਚਕਾਰ, ਇਹ ਅਸੀਂ ਲੱਭ ਲਈਆਂ ਹਨ। ਤਾਂ ਬੱਚਿਓ ਸਾਡੇ ਕੋਲ 11ਵਾਂ ਸਵਾਲ ਹੈ, ਅਸੀਂ ਨੂੰ ਹੱਲ ਕਰਨਾਗਾ ਯਾਨੀ ਕਿ ਸੋਲਵ ਕਰਨਾਗਾ। 3 ਵਰਗਮੂਲ 3 ਬ੍ਰੈਕਟ 3 - ਵਰਗਮੂਲ 3। ਤਾਂ ਬੱਚੋ ਅਸੀਂ ਦੇਖਿਆ ਵੀ ਪਹਿਲੀ ਤੇ ਦੂਜੀ ਸੰਖਿਆ ਦੇਖੋ, ਪਹਿਲੀ ਸੰਖਿਆ 3 ਹੈ, ਦੂਜੀ ਵਰਗਮੂਲ 3 ਹੈ, ਤਾਂ ਦੋਨਾਂ ਵਿੱਚ ਸੇਮ ਹੈ। ਤਾਂ ਇਸ ਤੇ ਅਸੀਂ ਕਿਸ ਸੂਤਰ ਦੀ ਵਰਤੋਂ ਕਰ ਸਕਦੇ ਹਾਂ, ਇਸ ਤਰ੍ਹਾਂ a + b a - b। ਤਾਂ ਬੱਚੋ ਆਪਾਂ ਇਸੇ ਵਰਕਸ਼ੀਟ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਫਾਰਮੂਲਾ ਲਿਖਿਆ ਸੀਗਾ, ਉਹ ਇਸ ਨਾਲ ਮਿਲਦਾ ਜੁਲਦਾ ਬਿਲਕੁਲ ਸੇਮ ਹੈ, a + b a - b। ਤਾਂ ਬੱਚੋ ਇਹਦਾ ਉੱਤਰ ਕਿੰਨਾ ਹੁੰਦਾ ਹੈ a ਦੀ 2 ਘਟਾਓ b ਦੀ 2, ਯਾਨੀ ਕਿ a² - b²। ਤਾਂ ਆਪਾਂ ਇੱਥੇ ਇਹਦੀ ਵਰਤੋਂ ਕਰ ਸਕਦੇ ਹਾਂ। ਤਾਂ ਸਾਡੇ ਕੋਲ a ਦਾ ਮੁੱਲ ਕਿੰਨਾ ਹੋ ਗਿਆ 3, b ਦਾ ਮੁੱਲ ਸਾਡੇ ਕੋਲ ਕਿੰਨਾ ਹੋ ਗਿਆ ਵਰਗਮੂਲ 3। ਤਾਂ ਇਸ ਦਾ ਆਂਸਰ ਕਿੰਨਾ ਆਏਗਾ ਯਾਨੀ ਕਿ a ਯਾਨੀ ਕਿ 3 ਦਾ ਵਰਗ ਘਟਾਓ ਵਰਗਮੂਲ 3 ਦਾ ਵਰਗ। ਤਾਂ 3 ਦਾ ਵਰਗ ਕਿੰਨਾ ਹੁੰਦਾ ਹੈ 9, ਵਰਗਮੂਲ 3 ਦਾ ਵਰਗ 3। ਤਾਂ 9 ਵਿੱਚੋਂ 3 ਘਟਾਓ ਅਸੀਂ ਕਿਤੇ ਕਿੰਨਾ ਰਹਿ ਗਿਆ 6। ਤਾਂ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਹੱਲ ਕਰਕੇ ਇਸ ਦਾ ਆਂਸਰ ਸਾਡੇ ਕੋਲ ਕਿੰਨਾ ਆ ਜਾਵੇਗਾ 6 ਆ ਜਾਵੇਗਾ। ਸਾਡੇ ਕੋਲ 12ਵਾਂ ਸਵਾਲ ਅਸੀਂ ਹੱਲ ਕਰਦੇ ਹਾਂ। 12ਵੇਂ ਸਵਾਲ ਦੇ ਹੱਲ ਕੋਲ 2 a ਤੇ b ਭਾਗ ਹਨ। ਸਾਡੇ ਕੋਲ ਪਹਿਲਾ a ਵਾਲਾ ਜੋ ਸਵਾਲ ਹੈ ਉਹ ਸਾਡੇ ਕੋਲ ਹੈ 2 ਦੀ ਘਾਤ 2/3 ਗੁਣਾ 2 ਦੀ ਘਾਤ 1/5। ਤਾਂ ਬੱਚੋ ਸਾਡੇ ਕੋਲ ਘਾਤਾਂ ਵਾਲੇ ਸਵਾਲ ਹਨ, ਤਾਂ ਅਸੀਂ ਇੱਥੇ ਘਾਤਾਂ ਦੇ ਨਿਯਮਾਂ ਦੀ ਵਰਤੋਂ ਕਰਾਂਗੇ। ਤਾਂ ਬੱਚੋ ਸਾਨੂੰ ਪਤਾ ਇਹਨਾਂ ਦੇ ਹਰ ਦੋਨਾਂ ਦੇ ਕੀ ਹਨ ਇੱਕੋ ਹਨ, ਕਿੰਨੇ ਹਨ 2 2। ਘਾਤਾਂ ਕੀ ਹਨ ਅਲੱਗ-ਅਲੱਗ ਹਨ। ਤਾਂ ਇਸ ਤੇ ਫਿਰ ਕਿਸ ਸੂਤਰ ਦੀ ਵਰਤੋਂ ਹੋਵੇਗੀ, ਸਾਡੇ ਕੋਲ ਸੂਤਰ ਹੁੰਦਾ ਹੈ a ਦੀ ਘਾਤ m ਤੇ a ਦੀ ਘਾਤ n, ਜਾਂ ਕਿ ਦੋਨਾਂ ਦੇ ਹਰ ਕੀ ਆ ਬਰਾਬਰ ਆ, ਘਾਤਾਂ ਅਲੱਗ-ਅਲੱਗ ਆ। ਤਾਂ ਸਾਨੂੰ ਪਤਾ ਹੈ ਜਦੋਂ ਇਸ ਤਰ੍ਹਾਂ ਹੁੰਦਾ ਹੈ ਉਹਨਾਂ ਦੇ ਹਰ ਇੱਕੋ ਹੋਣ ਲੇਕਿਨ ਘਾਤਾਂ ਅਲੱਗ-ਅਲੱਗ ਹੋਣ ਤਾਂ ਉਹਨਾਂ ਦੀਆਂ ਘਾਤਾਂ ਦਾ ਜੋੜ ਹੋ ਜਾਂਦਾ ਹੈ। ਤਾਂ ਸੇਮ ਅਸੀਂ ਫਾਰਮੂਲਾ ਇਸ ਤੇ ਵਰਤਣਾ ਹੈ। ਤਾਂ 2 ਦੀ ਘਾਤ ਕਿੰਨੀ ਘਾਤ ਹੈ 2/3, ਦੂਸਰੀ ਘਾਤ ਕਿੰਨੀ ਹੈ 1/5। ਤਾਂ ਬੱਚੋ ਇਹ ਸਾਡੇ ਕੋਲ ਕਿੰਨਾ ਹੋ ਗਿਆ 2 ਦੀ ਘਾਤ। ਜੇ 2 ਦੀ ਘਾਤ ਸਾਡੇ ਕੋਲ ਕਾਹਦੇ ਵਿੱਚ ਆ ਗਈ ਪਰਮੇਸ਼ ਸੰਖਿਆਵਾਂ ਦੇ ਰੂਪ ਵਿੱਚ ਆ ਗਈ। ਤਾਂ ਹੁਣ ਇਹ ਸਾਨੂੰ ਪਰਮੇਸ਼ ਸੰਖਿਆਵਾਂ ਦਾ ਜੋੜ ਸਾਨੂੰ ਕਰਨਾ ਪਵੇਗਾ। ਇਸ ਨੂੰ ਬੱਚੋ ਅਸੀਂ ਅਲੱਗ ਤੌਰ ਤੇ ਹੱਲ ਕਰਕੇ ਦੇਖ ਸਕਦੇ ਹਾਂ। ਤਾਂ ਬੱਚੋ ਸਾਨੂੰ ਪਤਾ ਵੀ ਜਦੋਂ ਪਰਮੇਸ਼ ਸੰਖਿਆਵਾਂ ਦੇ ਹਰ ਅਲੱਗ-ਅਲੱਗ ਹੁੰਦੇ ਆ ਤਾਂ ਅਸੀਂ ਉਸ ਨੂੰ ਲਘੁਤਤਮ ਵਾਲੀ ਵਿਧੀ ਨਾਲ ਹੱਲ ਕਰਦੇ ਹਾਂ। ਤਾਂ ਸਾਨੂੰ ਬੱਚੋ ਪਤਾ ਹੈ 3 ਤੇ 5 ਨਾਲ ਲਘੁਤਤਮ ਕਿੰਨਾ ਆ ਜਾਵੇਗਾ 15। 15 ਨੂੰ ਅਸੀਂ 3 ਨਾਲ ਭਾਗ ਕੀਤਾ ਪਹਿਲੀ ਸੰਖਿਆ ਦੇ ਹਰ ਨਾਲ, ਕਿੰਨਾ ਆ ਗਿਆ ਸਾਡੇ ਕੋਲ 5। ਤਾਂ 5 ਕਿਹਦੇ ਨਾਲ ਗੁਣਾ ਹੋਣਗੇ 2 ਨਾਲ, 2 ਨੂੰ 5 ਨਾਲ ਗੁਣਾ ਕੀਤਾ ਬੱਚੋ ਕਿੰਨਾ ਆ ਗਿਆ 10। ਨਿਸ਼ਾਨ ਕਾਹਦਾ ਹੈ ਪਲੱਸ ਦਾ। ਫਿਰ ਸਾਡੇ ਕੋਲ ਹਰ ਕਿੰਨਾ ਹੈ 10 ਆ ਵੀ ਲਘੁਤਤਮ ਕਿੰਨਾ ਹੈ 15। ਦੂਜੀ ਸੰਖਿਆ ਦਾ ਹਰ ਕਿੰਨਾ ਹੈ 5। 15 ਨੂੰ ਅਸੀਂ 5 ਨਾਲ ਭਾਗ ਕੀਤਾ ਸਾਡੇ ਕਿੰਨਾ ਆ ਗਿਆ 3। ਤਾਂ 3 ਕਿਹਦੇ ਨਾਲ ਗੁਣਾ ਹੋਣਗੇ ਦੂਜੀ ਸੰਖਿਆ ਦੇ ਅੰਸ਼ ਨਾਲ। ਤਾਂ 1 ਨੂੰ 3 ਨਾਲ ਗੁਣਾ ਕੀਤੀ ਨਾਲ ਸਾਡੇ ਕੋਲ ਆ ਗਿਆ 3। ਤਾਂ ਬੱਚੋ ਕਿੰਨਾ ਬਣ ਗਿਆ ਇਹ 10 - 3 13/15। ਤਾਂ ਇਹ ਸਾਡੇ ਕਿੰਨਾ ਆ ਗਿਆ 13/15। ਤਾਂ ਬੱਚੋ ਇਸ ਤਰ੍ਹਾਂ ਸਾਡੇ ਕੋਲ ਹੱਲ ਕਰਕੇ 13/15 ਸਾਡੇ ਕੋਲ ਆ ਗਿਆ ਹੈ। ਕਿਉਂਕਿ ਅਸੀਂ ਘਾਤ ਦੇ ਰਕਮ ਨੂੰ ਹੱਲ ਕੀਤਾ ਹੈ ਤਾਂ ਇਸ ਤਰ੍ਹਾਂ ਕੋਲ 2 ਦੀ ਘਾਤ ਦਾ ਆਂਸਰ ਕਿੰਨਾ ਜਾਵੇਗਾ 13/15।
15। तो हम बच्चों साढ़े को इसका 20 सवाल भी है। 20 सवाल के साढ़े की है 2 की घात पहला 2/3 है, फिर उसकी घात कितनी आ जाएगी 1/5 आ जाएगी। तो बच्चों सानू पता है इतने घात की घात आने जो होगा साढ़े को इस तरह साढ़े को a की घात m है, फिर उसकी घात n है। तो सानू बच्चों पता है जो इस तरह घात अगे घात दी घात होंगी है तो सानू पता है घातां दियां वो गुणा आपस में गुणा हो जाएंगे हैं। तो इस सवाल में की होगा फिर 2 की घात 1 2/3 है, दूसरी घात कितनी है 1/5। तो दोनों घातां सारे को आपस में की हो गई गुणा हो गई हैं। तो हम बच्चों असीं करना है अंश नूं अंश नाल 2 नूं कितना कीता 2, 3 नूं 5 नाल कीता 15। तो इसका अंश साडे कितना जाएगा 2/15। तो इस तरह असीं दोनों सवाल घातां वाले हो हल कर लए हैं। तो बच्चों साडे कोल अगे 13वां सवाल है 2/11 का दशमलव रूप। राइट द डेसिमल फॉर्म ऑफ 2/11। तो असीं 2/11 का डेसिमल रूप बच्चों पता करना है। तो सानू इस वास्ते सानू 2 नूं 11 नाल भाग करना पवेगा। तो बच्चों असीं जो 2 नूं 11 नाल भाग करते हैं आम विधि जो असीं भाग वाली वरतते हैं, देखो 2 11 तो घट है तो सानू किहदी वरतों करनी पहलियां दशमलव दी। ये असीं दशमलव लगा लिया है। तो सानू बच्चों पता है जो दशमलव ला लेने तो असीं कितना भी जीरो असीं इस दे नाल लगा सकते हैं। तो बच्चों असीं लगभग इन्ने जीरो लगा लेना। हम बच्चों साढ़े कितनी संख्या आ गई 20, कितने जाएगा फिर 11 1 ते 20 विचों 11 कटे 9, 1 जीरो असीं उतार ली 90। हम बच्चों कितने जाएगा 11 8 88, कितने बच गए बच्चों 2, 1 जीरो पर उतारी कितने साढ़े को बन गए 20, फिर कितने जाएगा 1 ते कितना साढ़े को 11, बाकी बच्चों कितने बचे 9, 1 जीरो असीं उतार ली, फिर 11 8 88 बच्चों कितने बचे 2, फिर कितना बन गया 20। तो बच्चों से देखते देखो 20 90 इस तरह की प्रोसैस आ हो अगे अगे ये चली जाने आ। फिर कितने जाएगा 1 ते फिर 8 ते फिर 1 ते फिर 8 ते। तो इस तरह की प्रोसैस आ हो चली जाएगी। तो बच्चों असीं की देखा इस किहड़ा साडे कोल नंबर वारी वारी रिपीट होना 2 नंबर रिपीट रहे हो 18 18 18 18। तो बच्चों फिर आप इसमें किस रूप में लिख सकते हैं, इसमें आप लिख सकते हैं 0.18 उत्ते 12। हाँ इस तरह असीं नूं तो 2/11 का जो साडे कोल प्रसार है वो कितना जाएगा 0.18 का 12। तो इस तरह आप हल किया है। तो बच्चों आप 14वां सवाल हल करते हैं। एक प्रमेय संख्या ते अप्रमेय संख्या का गुणनफल असीं खाली दसना विच की हुंदा है, यानी कि प्रमेय संख्या ते अप्रमेय संख्या का गुणनफल दसना सी की हुंदा है। तो बच्चों आप उदाहरण ले लईए, मान लो सारे कोल एक प्रमेय संख्या है, कोई भी संख्या असीं लै सकते हैं, मान लो 2 लिख लिया, एक असीं अप्रमेय संख्या लिख लिया। अप्रमेय संख्या बच्चों जिस तरह वर्गमूल 3 असीं रख ली। हुण बच्चों असीं इन्हां दोनों का ही करना गा गुणनफल 2 गुणा वर्गमूल 3। तो बच्चों कितना आंसर आ जाएगा 2 वर्गमूल 3। तो असीं देखा बच्चों बच्चे इस आंसर में साडे कोल किहड़ी संख्या बच गई अप्रमेय संख्या। तो अपनी जिहड़ी कुल संख्या किहड़ी है वो भी अप्रमेय है। इस तो सानू की पता चलता है बच्चों भी जो असीं एक प्रमेय संख्या और एक अप्रमेय संख्या आपस में गुणा करते हैं तो उन्हों का आंसर भी अप्रमेय संख्या होता है। तो बच्चों फिर इसके खाली थां में की आंसर आएगा अप्रमेय संख्या, यानी कि इररेशनल नंबर। तो असीं खाली थां में अप्रमेय संख्या इररेशनल नंबर भरना है। तो बच्चों सारे को 15वां सवाल है, ये सारे को 3 संख्यावां हैं, इन्हां दा असीं गुणनफल पता करना है, यानी कि प्रोडक्ट ऑफ दीज नंबर्स। इहदा प्रोडक्ट देखो अगे 3 का वर्गमूल नहीं पता कर सकते, इसका नहीं पता कर सकते, लेकिन असीं 243 का अगे वर्गमूल पता कर सकते हैं। तो सब तो पहला असीं जिहड़ी आ संख्या गी इहनूं असीं थोड़ा जिहा सिंपलीफाई करते हैं, यानी कि अगे इसनूं हल करते हैं। तो सारे कोल 12 यानी कि 243 असीं बच्चों की करते हैं, पहला 243 के गुणनखंड असीं जिहड़े बना लैंदे हां। तो बच्चों 2 ते संख्या नहीं जाती क्योंकि इकाई वाली संख्या है, इकाई वाली संख्या टांक संख्या है। तो 3 कितने जाएगा 8 के 24 3 1 3। फिर बच्चों कितने गया 3 ते कितना घाटे को 27, फिर 3 ते गया 9, फिर 3 ते गया 3, फिर 3 ते गया 1, यानी कि 243 के साढ़े को गुणनखंड कितने बन गए साढ़े को 5 3, यानी कि 1 2 3 4 5, यानी कि 3 5 बारी बन गया।
ਤਾਂ ਅਸੀਂ ਫਿਰ ਇਸ ਤਰ੍ਹਾਂ ਲਿਖਦੇ ਹਾਂ 245 ਨੂੰ 3 ਗੁਣਾ 3 ਗੁਣਾ 3 ਗੁਣਾ 3 ਗੁਣਾ 3। ਤਾਂ ਬੱਚੋ ਕਿਉਂਕਿ ਅਸੀਂ ਇਹ ਵਰਗਮੂਲ ਪਤਾ ਕਰ ਰਹੇ ਹਾਂ ਤਾਂ ਸਾਨੂੰ ਪਤਾ ਜਦੋਂ ਅਸੀਂ ਵਰਗਮੂਲ ਪਤਾ ਕਰਦੇ ਹਾਂ ਤਾਂ ਵਰਗਮੂਲ ਦੇ ਅੰਦਰ ਅਸੀਂ ਕੀ ਇੱਕ ਪੇਅਰ ਬਣਾਉਂਦੇ ਹਾਂ, ਜੋਟੇ ਬਣਾਉਂਦੇ ਹਾਂ। ਤਾਂ ਇਹ ਸਾਡੇ ਕੋਲ ਪੇਅਰ ਬਣ ਗਿਆ ਕਿ ਇਹ ਪੇਅਰ ਬਣ ਗਿਆ, ਆਹ ਤਿੰਨ ਸਾਡੇ ਕੋਲੇ ਕੱਲਾ ਰਹਿ ਗਿਆ। ਤਾਂ ਇਸ ਪੇਅਰ ਤੋਂ ਸਾਡੇ ਕੋਲ ਇੱਕ ਤੀਆ ਬਾਹਰ ਆ ਜਾਣਾ ਹੈ, ਇਸ ਪੇਅਰ ਤੋਂ ਸਾਡੇ ਕੋਲ ਜਿਹੜਾ ਇੱਕ ਤਿੰਨ ਆ ਉਹ ਬਾਹਰ ਆ ਜਾਣਾ ਹੈ। ਤਾਂ ਸਾਡੇ ਕੋਲ ਬਾਹਰ ਕਿੰਨਾ ਆ ਜਾਣਾ 12 ਗੁਣਾ 3 ਗੁਣਾ 3। ਤਾਂ ਬੱਚੋ ਵਰਗਮੂਲ ਦੇ ਅੰਦਰ ਕਿਹੜਾ ਅੰਕ ਆ ਸਾਡੇ ਕੋਲੇ ਇਹ 3। ਤਾਂ ਇਹ ਸਾਰੇ ਕਿਸ ਗੁਣਾ ਕੀਤੇ 12 ਨੂੰ 9 ਨਾਲ ਕੀਤੀ 108 108 ਵਰਗਮੂਲ 3। ਯਾਨੀ ਕਿ ਸਾਡੇ ਕੋਲ ਹੁਣ ਕਿਹੜੀਆਂ ਸੰਖਿਆਵਾਂ ਹਨ 3 ਵਰਗਮੂਲ 3 ਗੁਣਾ 4 ਵਰਗਮੂਲ 3 ਗੁਣਾ 108 ਵਰਗਮੂਲ 3। क्योंकि ये पहली संख्या है, दूसरी है, तीसरी संख्या ने सिंपल करके इस तरह बना लिया है। तो बच्चे अपने गुणा किया हमें पता भी आ संख्यावां साडे कोल किहड़ियां हन, ये प्रमेय संख्यावां हन, ये आपस विच गुणा होणगियां। ये साडे कोले आप प्रमेय संख्यावां हन, ये आपस विच गुणा होणगियां। पहला असीं कीता 3 गुणा 4 गुणा 108 गुणा वर्गमूल 3 गुणा वर्गमूल 3 गुणा वर्गमूल 3। ਤਾਂ ਇਹ ਅਸੀਂ ਗੁਣਾ ਕੀਤਾ ਸਾਡੇ ਕੋਲ, ਇਹਨੂੰ ਅਸੀਂ ਗੁਣਾ ਕੀਤਾ 4 6 12 12 ਨੂੰ ਘਟਾ ਕੀਤਾ 12 8 96 12 1 12 ਵਰਗਮੂਲ 3 ਨੂੰ ਵਰਗਮੂਲ 3 ਕੀਤਾ 3। ਅੱਗੇ ਸਾਡੇ ਕੋਲ ਵਰਗਮੂਲ 3 ਇਕੱਲਾ ਬਚ ਗਿਆ। ਹੁਣ ਅਸੀਂ ਇਸ ਨੂੰ 3 ਨਾਲ ਗੁਣਾ ਕਰਾਂਗੇ, ਕਿੰਨਾ ਕਰਾਂਗੇ ਇਹ ਸਾਡੇ ਕੋਲ ਆਏਗਾ 6 ਤੇ 18 27 ਤੇ 28 36 2 38। ਤਾਂ ਇਸ ਤਰ੍ਹਾਂ ਜਦੋਂ ਅਸੀਂ ਇਹਨਾਂ ਦਾ ਗੁਣਨਫਲ ਕਰਾਂਗੇ ਸਾਡੇ ਕੋਲ 38 88 ਵਰਗਮੂਲ 3 ਸਾਡੇ ਜਿਹੜਾ ਆਨਸਰ ਆ ਉਹ ਆ ਜਾਣਾ ਹੈ। ਤਾਂ ਜਦੋਂ ਅਸੀਂ ਇਹਨਾਂ ਨੂੰ ਗੁਣਾ ਕਰਨਾ ਹੈ ਬੱਚੋ ਪ੍ਰਮੇय ਸੰਖਿਆਵਾਂ ਅਸੀਂ ਅਲੱਗ ਗੁਣਾ ਕਰਦੇ ਹਾਂ, ਆਪ ਪ੍ਰਮੇय ਸੰਖਿਆਵਾਂ ਦਾ ਗੁਣਾ ਅਲੱਗ ਕਰ ਲੈਂਦੇ ਹਾਂ ਤਾਂ ਉਸ ਦਾ ਅਸੀਂ ਇਸ ਤਰ੍ਹਾਂ ਆਨਸਰ ਲੱਭ ਸਕਦੇ ਹਾਂ। ਤਾਂ ਬੱਚੋ ਸਾਡੇ ਕੋਲ 16ਵਾਂ ਸਵਾਲ ਸਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਹੈ। ਇਸ ਦੇ ਦੋ ਸਵਾਲ ਹਨ। ਹੇਠ ਲਿਖਿਆ ਦਾ ਪ੍ਰਮੇਯੀਕਰਨ ਕਰੋ, ਰੈਸ਼ਨਲਾਈਜ਼ ਦਾ ਡਿਨੋਮੀਨੇਟਰ ਆਫ ਦੀ ਫੋਲੋਇੰਗ। ਯਾਨੀ ਕਿਸੇ ਹਰਾਂ ਦਾ ਡਿਨੋਮੀਨੇਟਰ ਦਾ ਪ੍ਰਮੇਯੀਕਰਨ ਕਰਨਾ ਹੈ। ਤਾਂ ਬੱਚੋ ਸਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਪ੍ਰਮੇਯੀਕਰਨ ਕਰਨ ਤੋਂ ਮਤਲਬ ਕੀ ਹੁੰਦਾ ਹੈ। ਪ੍ਰਮੇਯੀਕਰਨ ਤੋਂ ਭਾਵ ਹੁੰਦਾ ਹੈ ਵੀ ਅਸੀਂ ਜਿਹੜੀ ਉਸ ਵਿੱਚ ਅਪਰਮੇय ਸੰਖਿਆ ਹੁੰਦੀ ਹੈ, ਇਰੈਸ਼ਨਲ ਨੰਬਰ ਹੁੰਦਾ ਹੈ, ਉਸ ਨੂੰ ਪ੍ਰਮੇय ਸੰਖਿਆ ਦੇ ਵਿੱਚ ਬਦਲਣਾ ਹੁੰਦਾ ਹੈ। ਤਾਂ ਸਾਡੇ ਕੋਲ ਸਵਾਲ ਦੇ ਵਿੱਚ ਅਸੀਂ ਹਰ ਦਾ ਪ੍ਰਮੇਯੀਕਰਨ ਕਰਨਾ ਹੈ, ਰੈਸ਼ਨਲਾਈਜੇਸ਼ਨ ਕਰਨਾ ਹੈ। ਤਾਂ ਆਓ ਆਪਾਂ ਇਸ ਨੂੰ ਕਿਸ ਤਰ੍ਹਾਂ ਸਵਾਲ ਨੂੰ ਹੱਲ ਕਰਾਂਗੇ, ਪ੍ਰਮੇਯੀਕਰਨ ਕਿਸ ਤਰ੍ਹਾਂ ਕਰਾਂਗੇ ਉਹ ਆਪਾਂ ਨੂੰ ਦੇਖਦੇ ਹਾਂ। ਸਾਡੇ ਕੋਲ ਦਾ ਪਹਿਲਾ ਸਵਾਲ ਹੈ 1 ਵਰਗਮੂਲ 7 ਘਟਾਓ ਵਰਗਮੂਲ 6। ਤਾਂ ਅਸੀਂ ਦੇਖਿਆ ਵੀ ਹਰ ਦੇ ਵਿੱਚ ਦੋਨੇ ਜਿਹੜੀਆਂ ਹੁੰਦੀਆਂ ਉਹ ਆਪਰਮੇय ਸੰਖਿਆਵਾਂ ਹਨ। ਤਾਂ ਬੱਚੋ ਇਸ ਵਾਸਤੇ ਅਸੀਂ ਕੀ ਕਰਦੇ ਹਾਂ, ਅਸੀਂ ਜਿਹੜਾ ਹਰ ਦਾ ਪ੍ਰਮੇਯੀਕਰਨ ਕਰਨਾ ਅਸੀਂ ਕੀ ਕਰਦੇ ਹਾਂ, ਹਰ ਨੂੰ ਅੰਸ਼ ਅਤੇ ਹਰ ਨਾਲ ਗੁਣਾ ਕਰ ਦਿੰਦੇ ਹਾਂ। ਲੇਕਿਨ ਕਰਦੇ ਕਿਸ ਤਰ੍ਹਾਂ ਹਾਂ ਵੀ ਉਹਨਾਂ ਵਿੱਚ ਜੋ ਵਿਚਾਰਦਾ ਸਾਈਨ ਹੁੰਦਾ ਹੈ ਉਸ ਨੂੰ ਅਸੀਂ ਚੇਂਜ ਕਰ ਦਿੰਦੇ ਹਾਂ। ਤਾਂ ਇਹ ਕਾਹਦਾ ਸਾਈਨ ਹੈ ਮਾਈਨਸ ਦਾ, ਤਾਂ ਅਸੀਂ ਇੱਥੇ ਕਿੱਥੇ ਲਿਖਾਂਗੇ ਪਲੱਸ ਦਾ। ਤਾਂ ਇਸ ਤਰ੍ਹਾਂ ਅਸੀਂ ਅੰਸ਼ ਅਤੇ ਹਰ ਨਾਲ ਹਰ ਦੇ ਵਿੱਚ ਵਿਚਕਾਰ ਵਾਲੀ ਸੰਖਿਆ ਦਾ ਸਾਈਨ ਬਦਲ ਕੇ ਅੰਸ਼ ਤੇ ਹਰ ਨਾਲ ਗੁਣਾ ਕਰ ਦਿੰਦੇ ਹਾਂ। ਉੱਪਰ ਵਿੱਚੋਂ 1 ਨਾਲ ਗੁਣਾ ਹੋਇਆ ਹੈ ਸਾਰਾ, नीचे आपस में गुणा हो जाने हैं। वर्गमूल 7 घटाओ वर्गमूल 6 ब्रैकेट वर्गमूल 7 जमा वर्गमूल 6। तो बच्चों ऊपर 1 ਨੂੰ सीधा किया है, सानू पता है कि ਅਸੀਂ ਕਿਸੇ ਸੰਖਿਆ ਨੂੰ 1 ਨਾਲ ਗੁਣਾ ਕਰਦੇ ਹਾਂ ਤਾਂ ਉਸ ਸੰਖਿਆ ਦੇ ਵਿੱਚ ਕੋਈ ਵੀ ਅੰਤਰ ਨਹੀਂ ਆਉਂਦਾ ਹੈ। ਤਾਂ ਇਹਦਾ ਆਨਸਰ ਕਿੰਨਾ ਜਾਵੇਗਾ वर्गमूल 7 वर्गमूल 6। लेकिन नीचे बच्चे ਅਸੀਂ ਕੀ ਲਿਖ ਰਹੇ ਹਾਂ ਹਰ ਦੇ ਵਿੱਚ, ਤਾਂ ਸਾਡੇ ਕੋਲ ਜਿਹੜੀ ਪਹਿਲੀ ਸੰਖਿਆ ਤੇ ਦੂਜੀ ਸੰਖਿਆ ਦੋਨੇ ਪਹਿਲੀ ਸੰਖਿਆ ਦੂਜੀ ਸੰਖਿਆ ਦੋਨੇ ਜਿਹੜੀਆਂ ਸਾਡੇ ਕੋਲ ਬ੍ਰੈਕਟ ਵਾਲੀਆਂ ਸੰਖਿਆਵਾਂ ਉਹਨਾਂ ਦੇ ਬਰਾਬਰ ਹਨ। ਤਾਂ ਫਿਰ ਅਸੀਂ ਇਸ ਤੇ ਇਸ ਸੂਤਰ ਦੀ ਵਰਤੋਂ ਕਰਦੇ ਹਾਂ a ਘਟਾਓ b a ਜਮਾ b। ਤਾਂ ਬੱਚਿਓ ਪਹਿਲਾ ਸੂਤਰ ਕੀਤਾ ਹੈ, ਇਸ ਦਾ ਆਨਸਰ ਕੀ ਹੁੰਦਾ ਹੈ a ਦੀ 2 ਘਟਾਓ b ਦੀ 2 a ਸਕੁਅਰ ਮਾਈਨਸ b ਸਕੁਅਰ। ਤਾਂ a ਕਿੰਨਾ ਆ ਸਾਡੇ ਕੋਲ ਵਰਗਮੂਲ 7 ਯਾਨੀ ਕਿ ਪਹਿਲੀ ਸੰਖਿਆ ਦਾ ਵਰਗ माइनस वर्गमूल 6 यानी कि दूजी संख्या का वर्ग। अगे आप इसमें हल करते हैं, अंश सारे को इसी उस तरह रखना है, अंश के कोई बदलाव नहीं होना। तो बच्चों वर्गमूल 7 का वर्ग 7 वर्गमूल 6 का वर्ग 6 वर्गमूल 7। अगले स्टेप असीं हल करते हैं वर्गमूल 6 7 चों 1 कढ़िया 6। तो बच्चों हमारे को जो फाइनल आंसर है, क्योंकि एक असीं ज़्यादा कदे भी हर दे विच नहीं लिखते, इसमें छड्ड दिंदे हां। तो इसका आंसर आ गया वर्गमूल 7 जमा वर्गमूल 6।
ਹੁਣ ਬੱਚਿਓ ਆਪਾਂ ਇਸ ਦਾ ਦੂਸਰਾ ਸਵਾਲ ਹੱਲ ਕਰਦੇ ਹਾਂ। ਤਾਂ ਬੱਚਿਓ ਸਾਡੇ ਕੋਲ ਜਿਹੜਾ ਦੂਸਰਾ ਸਵਾਲ ਆ ਉਹ ਕਿਸ ਤਰ੍ਹਾਂ ਹੈ, 1 ਵਰਗਮੂਲ 5 ਜਮਾ ਵਰਗਮੂਲ 2। तो बच्चों ये सवाल भी बिल्कुल इस सवाल नाल मिलता जुलता है। इसका असीं जिहड़ा प्रमेय करना हो किस तरह करना है, तो साडे कोल सेम तरीका है। असीं हर दे विच जो दोनों रकमां दे विचकार आ उसका सिंबल बदल दिंदे हां, साइन बदल दिंदे हां ते उसनूं अंश ते हर दे नाल गुणा कर दिंदे हां, क्योंकि इस सवाल दे विच जो सानूं दित्ती हुई रकम है उसदे विच हर दे विच सिंबल कहदा है प्लस का है, तो फिर असीं आ लिखांगे घटाओ वाला। तो घटाओ वाला लिख के असीं इसनूं अंश ते हर नाल गुणा करते हैं। तो बच्चों उस तो बाद तरीका बिल्कुल इस तरह है, एक नूं असीं इस संख्या नाल गुणा करांगे, एक नूं इस संख्या नाल गुणा करांगे, साडे कोल कोई भी जिहड़ा अंतर आ ओह नहीं आउणा रकम दे विच, ओह वर्गमूल 5 घटाओ वर्गमूल 2 रह जाणी है। इहदे विच सेम इस तरह a प्लस b ते a माइनस जिहड़ा b दा सूत्र दी आ ओह वरतों हो जाणी है। ये सानूं पता ही है, ये हुंदा a दी घात 2 घटाओ b की घात 2, यानी कि a स्क्वायर माइनस b स्क्वायर, यानी कि वर्गमूल 5 की घात 2 का स्क्वायर वर्गमूल 2 की घात 2। ये सारे को रह जाएगा वर्गमूल 5 घटाओ वर्गमूल 2, 5 का वर्ग 5 के वर्गमूल का वर्ग 5, 2 के वर्गमूल का वर्ग 2, तो सारे को जाएगा वर्गमूल 5 घटाओ वर्गमूल 2, 5 2 कटे 3। तो इस तरह बच्चों ये असीं इसका प्रमेय कर लिया है। तो जान के प्रमेय करना मतलब की आ, असीं इसका प्रमेयकरण करना सीगा हर का, असीं देखा इस हर दे विचों भी अपरमेय संख्या खत्म हो चुकी है, इस हर दे विचों भी अपरमेय संख्या खत्म हो चुकी है। तो इस तरह करके असीं जिहड़ा प्रमेय करना वो करते हाँ। हुण बच्चों आपां 17वां सवाल हल करते हैं। ये सवाल साडे कोल है 8 वर्गमूल 15 नूं 2 वर्गमूल 3 नाल भाग करो। 8 वर्गमूल 15 नूं असीं भाग किस नाल करना है, 2 वर्गमूल 3 दे नाल। तां इह आपां देखो किस तरह भाग करदे हां। इसनूं पहलां असीं बच्चों इसनूं बटियां दे रूप विच लिख लैंदे हां। देखो बच्चों सानूं पता है वर्गमूल 15 नूं असीं 15 को लिख सकते हैं गुणनखंड बना के 5 गुणा 3 2 वर्गमूल 3। बच्चों इस तरह से काट सकते हैं, 4 दूनी 8, हमारे कितना आ गया 4। तो वर्गमूल वाली संख्यावां नूं असीं इस तरह अलग अलग करके लिख दिया, वर्गमूल 3 वर्गमूल 5 वर्गमूल 3 बटे कितनी है वर्गमूल 3। तो अंश के हर दे विच किहड़ी संख्या साझी है, वर्गमूल 3 वर्गमूल 3। तो सारे की बच गया 4 वर्गमूल 5 बटा 1। तो बच्चों सानूं पता असीं हर दे विच पहलां भी कहा कि नहीं लिखते 1, तो इसका आंसर सारे को कितना आ गया 4 वर्गमूल 5। तो इस तरह बच्चों आप जो सवाल आ वर्कशीट के हल कर रहे हैं। उम्मीद है तुहानूं सारिआं नूं ये सवाल आ समझ आए होणगे।